ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਅੱਜ ਪੰਜਾਬ ਸਕੂਲ ਤਕਨੀਕੀ ਸਿੱਖਿਆ ਬੋਰਡ ਦੇ ਅਪਲਾਈਡ ਫਿਜ਼ਿਕਸ 1 ਦੇ ਸਿਲੇਬਸ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਮੇਰਾ ਨਾਮ ਰਿਪਨਦੀਪ ਸਿੰਘ ਹੈ। ਮੈਂ ਜੀਪੀਸੀਜੀ ਪਟਿਆਲਾ ਵਿੱਚ ਲੈਕਚਰਰ ਫਿਜ਼ਿਕਸ ਦੇ ਤੌਰ ਤੇ ਕੰਮ ਕਰਦਾ ਹਾਂ। ਜੋ ਸਾਡਾ ਅਪਲਾਈਡ ਫਿਜ਼ਿਕਸ ਦੇ ਵਿੱਚ ਮੇਨਲੀ 6 ਚੈਪਟਰ ਆਉਂਦੇ ਨੇ। ਪਹਿਲਾ ਚੈਪਟਰ ਹੈ ਯੂਨਿਟਸ ਐਂਡ ਡਾਇਮੈਂਸ਼ਨਸ, ਇਹਨੂੰ ਆਪਾਂ ਇਕਾਈ ਤੇ ਮਾਪ ਵੀ ਆਖਦੇ ਹਾਂ। ਸੈਕਿੰਡ ਚੈਪਟਰ ਹੈ ਫੋਰਸ ਐਂਡ ਮੋਸ਼ਨ, ਬਲ ਅਤੇ ਚਾਲ। ਥਰਡ ਚੈਪਟਰ ਹੈ ਵਰਕ, ਪਾਵਰ ਐਂਡ ਐਨਰਜੀ, ਕੰਮ, ਸ਼ਕਤੀ ਅਤੇ ਊਰਜਾ। ਫੋਰਥ ਚੈਪਟਰ ਹੈ ਰੋਟੇਸ਼ਨਲ ਮੋਸ਼ਨ, ਘੁਮਾਵਦਾਰ ਚਾਲ। ਪੰਜਵਾਂ ਚੈਪਟਰ ਹੈ ਸਾਡੇ ਸਿਲੇਬਸ ਵਿੱਚ ਪ੍ਰੋਪਰਟੀਜ਼ ਆਫ ਮੈਟਰ ਜਾਂ ਪਦਾਰਥ ਦੀਆਂ ਵਿਸ਼ੇਸ਼ਤਾਵਾਂ। ਤੇ ਸਿਕਸ ਚੈਪਟਰ ਹੈ ਥਰਮੋਮੀਟਰੀ, ਯਾਨੀ ਅਸੀਂ ਤਾਪ ਮਾਪਕਤਾ ਵੀ ਕਹਿੰਦੇ ਹਾਂ। ਤੇ ਅਸੀਂ ਕਨਸੈਂਟਰੇਟ ਕਰਾਂਗੇ ਪਹਿਲੇ ਚੈਪਟਰ ਤੇ ਯੂਨਿਟਸ ਐਂਡ ਡਾਇਮੈਂਸ਼ਨ। ਸਭ ਤੋਂ ਪਹਿਲਾਂ ਯੂਨਿਟਸ ਐਂਡ ਡਾਇਮੈਂਸ਼ਨ ਤੋਂ ਪੜ੍ਹਨ ਤੋਂ ਪਹਿਲਾਂ ਫਿਜ਼ਿਕਸ ਕੀ ਹੈ, ਵਾਟ ਇਜ਼ ਫਿਜ਼ਿਕਸ। ਤਾਂ ਜੇ ਬੁੱਕ ਦੀ ਡੈਫੀਨੇਸ਼ਨ ਪੜ੍ਹੀ ਜਾਵੇ ਤਾਂ ਫਿਜ਼ਿਕਸ ਇਜ਼ ਦ ਸਟੱਡੀ ਆਫ ਮੈਟਰ ਐਂਡ ਐਨਰਜੀ, ਪਦਾਰਥ ਅਤੇ ਊਰਜਾ ਦੇ ਅਧਿਐਨ ਨੂੰ ਫਿਜ਼ਿਕਸ ਕਹਿੰਦੇ ਆ। ਹੁਣ ਇਹ ਪਦਾਰਥ ਕੀ ਹੁੰਦਾ? ਪਦਾਰਥ ਦੁਨੀਆ ਦੀ ਸਾਰੀ ਚੀਜ਼ ਪਦਾਰਥ ਨਾਲ ਹੀ ਭਰੀ ਹੋਈ ਹੈ। ਪਦਾਰਥ ਉਹ ਚੀਜ਼ ਹੈ ਜਿਹੜੀ ਕਿ ਕੋਈ ਵੀ ਚੀਜ਼ ਜਗ੍ਹਾ ਘੇਰਦੀ ਹੈ ਤੇ ਉਹਦਾ ਆਪਣਾ ਪੁੰਜ ਹੁੰਦਾ, ਉਹਦਾ ਆਪਣਾ ਮਾਸ ਹੁੰਦਾ। ਤੇ ਸਾਰੀ ਦੁਨੀਆ ਦੀ ਜਿਹੜੀ ਚੀਜ਼ਾਂ ਅਸੀਂ ਦੇਖਦੇ ਮਹਿਸੂਸ ਕਰਦੇ ਹਾਂ, ਮੇਜ਼, ਕੁਰਸੀ, ਇੱਟ, ਟੇਬਲ, ਚੌਕ, ਇਹ ਸਾਰਾ ਪਦਾਰਥ ਹੈ। ਤੇ ਸੰਸਾਰ ਦੇ ਵਿੱਚ ਦੂਜੀ ਚੀਜ਼ ਹੁੰਦੀ ਹੈ ਊਰਜਾ। ਪਦਾਰਥ ਤੋਂ ਇਲਾਵਾ ਸੰਸਾਰ ਦੇ ਵਿੱਚ ਸਾਰੀ ਹੋਰ ਕੋਈ ਵੀ ਚੀਜ਼ ਹੈ ਤਾਂ ਉਹ ਊਰਜਾ ਹੈ। ਊਰਜਾ ਦਾ ਨਾ ਤਾਂ ਕੋਈ ਮਾਸ ਹੁੰਦਾ, ਨਾ ਉਹ ਜਗ੍ਹਾ ਘੇਰਦੀ ਹੈ। ਉਦਾਹਰਨ ਦੇ ਤੌਰ ਤੇ ਪ੍ਰਕਾਸ਼ ਊਰਜਾ, ਬਿਜਲੀ ਦੀ ਊਰਜਾ, ਠੀਕ ਹੈ, ਜਾਂ ਤਾਪ ਊਰਜਾ। ਤੇ ਊਰਜਾ 'ਚ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ, ਊਰਜਾ ਤੋਂ ਅਸੀਂ ਕੰਮ ਲੈ ਸਕਦੇ ਹਾਂ, ਠੀਕ ਹੈ। ਤਾਂ ਜਿਹੜਾ ਸਾਡਾ ਸੰਸਾਰ ਹੈ ਇਹ ਦੋ ਚੀਜ਼ਾਂ ਤੋਂ ਹੀ ਮਿਲ ਕੇ ਬਣਿਆ ਹੋਇਆ। ਸੰਸਾਰ ਦੇ ਵਿੱਚ ਜਾਂ ਤਾਂ ਪਦਾਰਥ ਹੋਏਗਾ ਜਾਂ ਊਰਜਾ। ਤੇ ਫਿਜ਼ਿਕਸ ਇਹਦੇ ਅਧਿਐਨ ਦਾ ਨਾਮ ਹੈ, ਇਹਦੀ ਸਟੱਡੀ ਦਾ ਨਾਮ ਹੈ। ਤੇ ਇਹਦਾ ਮਤਲਬ ਕੀ ਹੈ ਕਿ ਫਿਜ਼ਿਕਸ ਦੁਨੀਆ ਦਾ ਹਰ ਇੱਕ ਫਿਨੋਮੇਨਾ ਨੂੰ ਸਟੱਡੀ ਕਰਨ ਲਈ ਯੂਜ਼ ਹੁੰਦੀ ਹੈ। ਤਾਂ ਇੱਕ ਬੇਸਿਕ ਸਾਇੰਸ ਹੈ, ਇਹਨੂੰ ਅਸੀਂ ਮਦਰ ਆਫ ਆਲ ਸਾਇੰਸਿਸ ਵੀ ਕਹਿੰਦੇ ਹਾਂ। ਕਿ ਤੁਹਾਨੂੰ ਪਤਾ ਹੈ, ਹੁਣ ਤੁਸੀਂ ਡਿਪਲੋਮਾ ਦੇ ਸਟੂਡੈਂਟ ਹੋ ਤੇ ਜਿਹੜੀ ਡਿਪਲੋਮਾ ਇੱਕ ਇੰਜੀਨੀਅਰਿੰਗ ਡਿਸਿਪਲਿਨ ਹੈ। ਤੇ ਇੱਕ ਇੰਜੀਨੀਅਰਿੰਗ ਨੂੰ ਸਟੱਡੀ ਕਰਨ ਲਈ, ਉਹਨੂੰ ਬੇਸਿਕਲੀ ਸਮਝਣ ਲਈ ਤਾਂ ਫਿਜ਼ਿਕਸ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਕਿਉਂਕਿ ਇਹ ਸਾਰੇ ਜਿਹੜੀਆਂ ਵਿਗਿਆਨ ਨੇ, ਡਿਪਲੋਮਾ ਦੇ ਅਲੱਗ-ਅਲੱਗ ਬ੍ਰਾਂਚਿਸ ਨੇ, ਉਹ ਫਿਜ਼ਿਕਸ ਨੂੰ ਸਿਧਾਂਤਾਂ ਨੂੰ ਹੀ ਯੂਜ਼ ਕਰਕੇ ਅੱਗੇ ਚੱਲਦੇ ਆ। ਜਿੱਥੇ ਕਿ ਲਾਈਟ ਦਾ ਚੱਲਣਾ, ਮਾਚਿਸ ਦਾ ਬਲਣਾ, ਜਾਂ ਸਾਡੇ ਚੱਲਣ ਦੇ ਕੀ ਸਿਧਾਂਤ ਹੁੰਦੇ ਨੇ, ਜਾਂ ਮੋਬਾਈਲ ਫੋਨ ਦੇ ਚੱਲਣ ਦੇ, ਇਹ ਸਾਰੇ ਹੀ ਅਸੀਂ ਫਿਜ਼ਿਕਸ ਨਾਲ ਅਸੀਂ ਐਕਸਪਲੇਨ ਕਰ ਸਕਦੇ ਹਾਂ, ਦੱਸ ਸਕਦੇ ਹਾਂ ਇੱਕ ਦੂਜੇ ਨੂੰ। ਤੇ ਫਿਜ਼ਿਕਸ ਕਿੱਥੋਂ ਸ਼ੁਰੂ ਹੁੰਦੀ ਹੈ? ਫਿਜ਼ਿਕਸ ਮਾਪ ਤੋਂ ਸ਼ੁਰੂ ਹੁੰਦੀ ਹੈ, ਠੀਕ ਹੈ। ਜਦੋਂ ਕਿਸੇ ਚੀਜ਼ ਦਾ ਅਸੀਂ ਅਧਿਐਨ ਸ਼ੁਰੂ ਕਰਨਾ ਤਾਂ ਅਸੀਂ ਉਹਦੇ ਬਾਰੇ ਪਹਿਲਾਂ ਉਸਨੂੰ ਜੇ ਮਾਪ ਸਕਦੇ ਹੋਈਏ ਤਾਂ ਹੀ ਫਾਇਦਾ ਹੈ, ਠੀਕ ਹੈ। ਤਾਂ ਉਹ ਕੋਈ ਵੀ ਚੀਜ਼ ਜਿਹੜੀ ਪਦਾਰਥ ਦੀਆਂ ਕੁਝ ਗੁਣ ਹੁੰਦੇ ਨੇ, ਵਿਸ਼ੇਸ਼ਤਾ ਹੁੰਦੇ ਨੇ, ਜਿਹਨੂੰ ਅਸੀਂ ਮਾਪ ਸਕਦੇ ਹਾਂ। ਉਦਾਹਰਨ ਦੇ ਤੌਰ ਤੇ ਸਾਡੇ ਸਾਹਮਣੇ ਕੁਰਸੀ ਪਈ ਹੈ। ਕੁਰਸੀ ਦਾ ਅਸੀਂ ਉਹਦੀ ਲੰਬਾਈ, ਚੌੜਾਈ, ਉਚਾਈ ਮਾਪ ਸਕਦੇ ਹਾਂ, ਜਾਂ ਫਿਰ ਉਹਦਾ ਵਜ਼ਨ ਮਾਪ ਸਕਦੇ ਹਾਂ। ਜਾਂ ਅਸੀਂ ਦੇਖ ਸਕਦੇ ਕਿ ਕੁਰਸੀ ਸਪੋਜ਼ ਕਰੋ ਕਦ ਬਣੀ ਸੀਗੀ, ਉਹਦੀ ਲਾਈਫ ਕਿੰਨੀ ਹੈ, ਟਾਈਮ। ਤਾਂ ਇਹ ਕੁਝ ਪ੍ਰੋਪਰਟੀਜ਼ ਹੁੰਦੀਆਂ ਨੇ ਜਿਹੜੀਆਂ ਕਿ ਕਿਸੇ ਵੀ ਮੈਟਰ ਦੀਆਂ ਅਸੀਂ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਮਿਣ ਸਕਦੇ ਹਾਂ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਪ੍ਰੋਪਰਟੀਜ਼ ਨੂੰ ਫਿਜ਼ੀਕਲ ਕੁਆਂਟੀਟੀਜ਼, ਠੀਕ ਹੈ। ਫਿਜ਼ੀਕਲ ਕੁਆਂਟੀਟੀਜ਼ ਵਿਚ ਕੈਨ ਬੀ ਮੈਜ਼ਰਡ ਡਾਇਰੈਕਟਲੀ ਔਰ ਇਨਡਾਇਰੈਕਟਲੀ ਆਰ ਕਾਲਡ ਫਿਜ਼ੀਕਲ ਕੁਆਂਟੀਟੀਜ਼। ਇਹਨਾਂ ਨੂੰ ਕਹਿੰਦੇ ਆ ਪੰਜਾਬੀ 'ਚ ਭੌਤਿਕ ਰਾਸ਼ੀਆਂ। ਉਦਾਹਰਨ ਦੇ ਤੌਰ ਤੇ ਲੰਬਾਈ, ਲੈਂਥ, ਮਾਸ ਯਾਨੀ ਪੁੰਜ ਕਹਿੰਦੇ ਪੰਜਾਬੀ 'ਚ, ਟਾਈਮ, ਟੈਂਪਰੇਚਰ, ਏਰੀਆ, ਵੋਲਿਊਮ, ਇਹ ਸਾਰੀਆਂ ਫਿਜ਼ੀਕਲ ਕੁਆਂਟੀਟੀਜ਼ ਹੈ। ਸਪੋਜ਼ ਕਰੋ ਸਾਡੇ ਕੋਲ ਟੇਬਲ ਪਿਆ, ਉਹਦਾ ਟੇਬਲ ਦਾ ਏਰੀਆ ਬਣਨਾ ਤਾਂ ਉਹਦੀ ਲੰਬਾਈ ਚੌੜਾਈ ਮਿਣ ਕੇ, ਲੰਬਾਈ ਗੁਣਾ ਚੌੜਾਈ ਕਰਕੇ ਅਸੀਂ ਉਹਦਾ ਏਰੀਆ ਮਿਣ ਲੈਂਦੇ ਹਾਂ। ਤਾਂ ਏਰੀਆ ਸਿੱਧੇ ਰੂਪ 'ਚ ਨਹੀਂ ਮਿਲਦਾ, ਅਸਿੱਧੇ ਰੂਪ 'ਚ ਮਿਲਦਾ, ਕਿਉਂਕਿ ਉਹਦੀ ਲੰਬਾਈ ਤੇ ਚੌੜਾਈ ਮਿਲਦੇ, ਫਿਰ ਬਾਅਦ 'ਚ ਅਸਿੱਧੇ ਰੂਪ 'ਚ ਏਰੀਆ ਅਸੀਂ ਕੱਢਦੇ ਹਾਂ। ਤੇ ਫਿਜ਼ੀਕਲ ਕੁਆਂਟੀਟੀਜ਼ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਨੇ?
ਫਿਜ਼ੀਕਲ ਕੁਆਂਟਿਟੀ ਸਾਡੇ ਕੋਲ ਦੋ ਤਰ੍ਹਾਂ ਦੀ ਹੁੰਦੀਆਂ ਨੇ। ਪਹਿਲੀ ਹੈ ਫੰਡਾਮੈਂਟਲ ਜਾਂ ਬੇਸਿਕ ਕੁਆਂਟੀਟੀਜ਼, ਦੂਜੀ ਹੈ ਡਿਰਾਈਵਡ ਕੁਆਂਟੀਟੀਜ਼। ਫੰਡਾਮੈਂਟਲ ਕੁਆਂਟੀਟੀਜ਼ ਕਿਹੜੀਆਂ ਨੇ? ਫੰਡਾਮੈਂਟਲ ਕੁਆਂਟੀਟੀਜ਼ ਉਹ ਨੇ ਜਿਹੜੀਆਂ ਕਿ ਜਾਂ ਤਾਂ ਇੱਕ ਦੂਜੇ ਨਾਲ ਵੀ ਰਿਲੇਟਡ ਨਾ ਹੋਣ ਤੇ ਨਾ ਹੀ ਕਿਸੇ ਹੋਰ ਫਿਜ਼ੀਕਲ ਕੁਆਂਟੀਟੀ ਤੋਂ ਉਹ ਬਣਨ। ਉਦਾਹਰਨ ਦੇ ਤੌਰ ਤੇ ਸਪੋਜ਼ ਕਰੋ ਸਾਡੇ ਮੂਹਰੇ ਇੱਟ ਪਈ ਹੈ, ਜੇ ਅਸੀਂ ਉਹਦਾ ਮਾਸ ਉਹਦੇ ਸੋਚੀਏ, ਉਹਦਾ ਜਿਹੜਾ ਪੁੰਜ ਆ, ਉਹਦਾ ਵਜ਼ਨ ਹੈ, ਉਹ ਕਿੱਥੋਂ ਆਇਆ? ਉਹ ਕਿਸੇ ਹੋਰ ਚੀਜ਼ ਤੋਂ ਮਿਲ ਕੇ ਬਣਿਆ ਵਾ? ਕਿਸੇ ਸੋਚ ਸਕਦੇ ਹੋ ਕਿਸੇ ਹੋਰ ਚੀਜ਼ ਤੋਂ ਮਿਲ ਕੇ ਬਣਿਆ ਵਾ ਹੋਵੇ, ਉਹਦੀ ਲੰਬਾਈ ਚੌੜਾਈ ਨਾਲ ਰਿਲੇਟਡ ਹੋਵੇ? ਨਹੀਂ। ਮਾਸ ਇੱਕ ਬੇਸਿਕ ਕੁਆਂਟਿਟੀ ਹੈ ਜਿਹੜੀ ਕਿਸੇ ਹੋਰ ਚੀਜ਼ ਤੋਂ ਨਹੀਂ ਬਣਾਈ ਜਾ ਸਕਦੀ। ਐਵੇਂ ਹੀ ਹੋਰ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਕੀ ਹੁੰਦੀਆਂ ਨੇ? ਲੈਂਥ, ਮਤਲਬ ਉਹਦੀ ਡਿਮੈਂਸ਼ਨਸ, ਜਿਹਦਾ ਮਾਪ, ਉਹਦੀ ਲੰਬਾਈ ਚੌੜਾਈ ਵਗੈਰਾ, ਤੇ ਟਾਈਮ, ਉਹਦੀ ਉਮਰ ਕਿੰਨੀ ਆ, ਉਹ ਕਿੰਨੇ ਟਾਈਮ ਦੀ ਉੱਥੇ ਕਿਸੇ ਕੋਈ ਜਗ੍ਹਾ 'ਤੇ ਕੋਈ ਪਈ ਹੈ। ਤਾਂ ਇਹ ਤਿੰਨ ਸਭ ਤੋਂ ਜ਼ਿਆਦਾ ਫੰਡਾਮੈਂਟਲ ਜਾਂ ਬੇਸਿਕ ਫਿਜ਼ੀਕਲ ਕੁਆਂਟੀਟੀਜ਼ ਹੁੰਦੀਆਂ ਨੇ। ਇਸ ਤੋਂ ਇਲਾਵਾ ਹੁਣ ਮਾਡਰਨ ਸਾਇੰਸ ਹੋਰ ਵੀ ਆਉਂਦੀਆਂ ਨੇ, ਪਰ ਉਹਦੇ ਬਾਰੇ ਅਸੀਂ ਥੋੜ੍ਹੀ ਦੇਰ ਬਾਅਦ ਅਧਿਐਨ ਕਰਨਾ ਸ਼ੁਰੂ ਕਰਾਂਗੇ। ਤਾਂ ਡਿਰਾਈਵਡ ਫਿਜ਼ੀਕਲ ਕੁਆਂਟੀਟੀਜ਼ ਪੰਜਾਬੀ 'ਚ ਇਹਨੂੰ ਕਹਿੰਦੇ ਆ ਵਿਉਤਪੰਨ ਭੌਤਿਕ ਰਾਸ਼ੀਆਂ। ਤਾਂ ਡਿਰਾਈਵਡ ਫਿਜ਼ੀਕਲ ਕੁਆਂਟੀਟੀਜ਼ ਉਹ ਨੇ ਜਿਹੜੇ ਕਿ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਨੂੰ ਗੁਣਾ ਜਾਂ ਭਾਗ ਕਰਕੇ ਸਾਨੂੰ ਮਿਲਦੀਆਂ ਨੇ। ਉਦਾਹਰਨ ਦੇ ਤੌਰ ਤੇ ਏਰੀਆ। ਏਰੀਆ ਸਾਨੂੰ ਪਤਾ ਹੈ ਲੰਬਾਈ ਗੁਣਾ ਚੌੜਾਈ ਦੇ ਬਰਾਬਰ ਹੁੰਦਾ ਹੈ। ਤਾਂ ਇਹ ਜਿਹੜੀ ਲੈਂਥ ਦੀ ਫਿਜ਼ੀਕਲ ਕੁਆਂਟਿਟੀ ਨੂੰ ਹੀ, ਕਿਉਂਕਿ ਬ੍ਰੈਡਥ ਵੀ ਇੱਕ ਤਰ੍ਹਾਂ ਦਾ ਲੰਬਾਈ ਉਹਦਾ ਮਤਲਬ ਕੀ ਹੈ? ਕਿਸੇ ਚੀਜ਼ ਦਾ ਮਾਪ ਹੀ ਹੈ, ਉਹਦੀ ਡਾਇਮੈਂਸ਼ਨ ਦਾ ਮਾਪ ਹੀ ਹੈ, ਚਾਹੇ ਲੰਬਾਈ ਹੋਵੇ ਚਾਹੇ ਚੌੜਾਈ ਹੋਵੇ, ਇਹਨਾਂ ਦਾ ਨੇਚਰ ਇੱਕੋ ਜਿਹਾ। ਤਾਂ ਏਰੀਆ ਹੁੰਦਾ ਲੰਬਾਈ ਗੁਣਾ ਚੌੜਾਈ। ਤਾਂ ਉਹ ਫੰਡਾਮੈਂਟਲ ਫਿਜ਼ੀਕਲ ਕੁਆਂਟਿਟੀ ਲੈਂਥ ਨੂੰ ਮਲਟੀਪਲਾਈ ਕਰਕੇ ਹੀ ਬਣਿਆ ਗਿਆ। ਐਵੇਂ ਹੀ ਵੋਲੀਅਮ ਆਉਂਦੀ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ। ਤਾਂ ਇਹ ਬੇਸਿਕਲੀ ਲੈਂਥ ਗੁਣਾ ਲੈਂਥ ਤੋਂ ਹੀ ਬਣਿਆ ਹੋਇਆ ਹੈ। ਤਾਂ ਅੱਗੇ ਬਹੁਤ ਹੀ ਇੰਪੋਰਟੈਂਟ ਚੀਜ਼ ਆ ਜਾਂਦੀ ਹੈ ਯੂਨਿਟ। ਹੁਣ ਕੋਈ ਵੀ ਅਸੀਂ ਚੀਜ਼ ਮਾਪਦੇ ਹਾਂ, ਫਿਜ਼ੀਕਲ ਕੁਆਂਟਿਟੀ ਮਾਪਦੇ ਹਾਂ। ਸਪੋਜ਼ ਕਰੋ ਸਾਡੇ ਕੋਲ ਸਬਜ਼ੀ ਵਾਲਾ ਆਉਂਦਾ ਹੈ, ਤਾਂ ਅਸੀਂ ਉਹਨੂੰ ਸਬਜ਼ੀ ਕਿਹੜੇ ਰੂਪ 'ਚ ਲੈਂਦੇ ਹਾਂ? ਤਾਂ ਨਹੀਂ ਲੈਂਦੇ ਕਿ 5 ਟਮਾਟਰ 4 ਪਿਆਜ਼, ਅਸੀਂ ਕਹਿੰਦੇ ਹਾਂ ਸਾਨੂੰ 2 ਕਿਲੋ ਪਿਆਜ਼, 2.5 ਕਿਲੋ ਪਿਆਜ਼ ਦੇ ਦਿਓ। ਤਾਂ ਇੱਥੇ ਕਿਲੋ ਕੀ ਹੈ? ਕਿਲੋ ਇੱਕ ਯੂਨਿਟ ਹੈ, ਠੀਕ ਹੈ। ਤੇ ਯੂਨਿਟ ਨਾਲ ਕੀ ਹੈ, ਅਸੀਂ ਸੇਮ ਟਾਈਪ ਆਫ ਫਿਜ਼ੀਕਲ ਕੁਆਂਟਿਟੀ ਨੂੰ ਕੰਪੇਅਰ ਕਰਦੇ ਹਾਂ। ਹੁਣ ਅਸੀਂ ਪਿਆਜ਼ਾਂ ਦਾ ਮਾਸ ਕੰਪੇਅਰ ਕਰਨਾ, ਤਾਂ ਸਾਡੀ ਮਾਸ ਦੀ ਅਸੀਂ ਯੂਨਿਟ ਸਟੈਂਡਰਡ ਰੱਖੀ ਹੋਈ ਹੈ, ਜਿਹਦੇ ਨਾਲ ਅਸੀਂ ਕੰਪੇਅਰ ਕਰਦੇ ਹਾਂ। ਕਿਲੋ ਉਹਦੇ ਕੋਲ ਵੱਟੇ ਹੁੰਦੇ ਨੇ, ਕਿਲੋ ਦੇ ਜਾਂ 2 ਕਿਲੋ ਦੇ 3 ਕਿਲੋ ਦੇ, ਉਹਦੇ ਨਾਲ ਕੰਪੇਅਰ ਕਰਦੇ ਹਾਂ ਕਿ ਇਹਦੇ ਬਰਾਬਰ ਵੱਟਿਆ ਕੇ ਸਾਡਾ ਕੰਡਾ ਤੋਲ ਕੇ ਦੱਸਦਾ। ਤਾਂ ਅਸੀਂ ਜਦੋਂ ਕੰਪੇਅਰ ਕਰਕੇ ਜਿਹੜੀ ਸਟੈਂਡਰਡ ਨਾਲ ਕੰਪੇਅਰ ਕਰਕੇ ਅਸੀਂ ਫਿਜ਼ੀਕਲ ਕੁਆਂਟਿਟੀ ਨੂੰ ਮਿਣਦੇ ਹਾਂ, ਉਹਨੂੰ ਸਟੈਂਡਰਡ ਨੂੰ ਅਸੀਂ ਯੂਨਿਟ ਬੋਲਦੇ ਹਾਂ। ਐਵੇਂ ਲੰਬਾਈ ਦਾ ਯੂਨਿਟ ਤੁਸੀਂ ਦੇਖਿਆ ਹੋਣਾ, ਜੇ ਅਸੀਂ ਕੱਪੜਾ ਪੜਵਾਉਣ ਜਾਂਦੇ ਹਾਂ ਤਾਂ ਫੂਟੇ 'ਤੇ ਉੱਥੇ ਨਿਸ਼ਾਨ ਲੱਗਿਆ ਹੁੰਦਾ, ਉਹਦੇ ਬਰਾਬਰ ਕੰਪੇਅਰ ਕਰਕੇ ਅਸੀਂ ਪਾੜਦੇ ਹਾਂ, 1 ਮੀਟਰ ਲੈਣਾ, 2 ਮੀਟਰ ਲੈਣਾ, 3 ਮੀਟਰ, ਤਾਂ ਉਹ ਸਾਡਾ ਸਟੈਂਡਰਡ ਹੁੰਦਾ, ਠੀਕ ਹੈ। ਤਾਂ ਯੂਨਿਟ ਕੀ ਹੁੰਦਾ? ਇਟਸ ਅ ਸਟੈਂਡਰਡ ਆਫ ਸੇਮ ਕਾਈਂਡ as chosen as unit to measure a physical quantity। ਤਾਂ ਯੂਨਿਟ ਇੱਕ ਜਿਹੜੀ ਫਿਜ਼ੀਕਲ ਕੁਆਂਟਿਟੀ ਨੂੰ ਮਿਲਣਾ ਉਸੇ ਟਾਈਪ ਦਾ ਇੱਕ ਸਟੈਂਡਰਡ ਹੁੰਦਾ ਹੈ। ਤੇ ਯੂਨਿਟ ਵੀ ਜਿਵੇਂ ਕਿ ਫਿਜ਼ੀਕਲ ਕੁਆਂਟੀਟੀਜ਼ ਦੋ ਤਰ੍ਹਾਂ ਦੀ ਹੁੰਦੀਆਂ ਨੇ, ਯੂਨਿਟਸ ਵੀ ਸਾਡੇ ਕੋਲ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਫੰਡਾਮੈਂਟਲ ਤੇ ਡਿਰਾਈਵਡ। ਮੀਨਿੰਗ ਉਹੀ ਹੈ, ਫੰਡਾਮੈਂਟਲ ਜਿਹੜੀ ਯੂਨਿਟਸ ਕੀ ਹੈ, ਜਿਹੜੀ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਸੀਗੀਆਂ, ਜਿਵੇਂ ਲੈਂਥ, ਮਾਸ, ਟਾਈਮ, ਉਹਦੀਆਂ ਜਿਹੜੀਆਂ ਯੂਨਿਟਸ ਆਉਂਦੀਆਂ ਨੇ, ਜਿਵੇਂ ਹੁਣ ਯੂਨਿਟ ਆਫ ਲੈਂਥ ਕੀ ਹੋਏਗੀ? ਮੀਟਰ ਹੋਏਗੀ ਜਾਂ ਕਿਲੋਮੀਟਰ ਹੋਏਗੀ, ਇਸ ਫੰਡਾਮੈਂਟਲ ਯੂਨਿਟ ਹੈ। ਐਵੇਂ ਮਾਸ ਦੀ ਕੋਈ ਵੀ ਯੂਨਿਟ ਹੋਏਗੀ, ਕਿਉਂਕਿ ਇਹ ਮਾਸ ਇੱਕ ਫੰਡਾਮੈਂਟਲ ਫਿਜ਼ੀਕਲ ਕੁਆਂਟਿਟੀ ਹੈ, ਇਹਦੀ ਯੂਨਿਟਾਂ ਵੀ ਕਿਸੇ ਹੋਰ ਯੂਨਿਟ ਤੋਂ ਮਿਲ ਕੇ ਨਹੀਂ ਬਣਦੀਆਂ ਹੈਗੀਆਂ। ਤਾਂ ਮਾਸ ਦੀ ਯੂਨਿਟ ਜਿਹੜੀ ਕਿਲੋਗ੍ਰਾਮ ਹੈ, ਇਹ ਵੀ ਇੱਕ ਫੰਡਾਮੈਂਟਲ ਯੂਨਿਟ ਹੈ। ਇਸੇ ਤਰ੍ਹਾਂ ਟਾਈਮ ਦੀ ਕੋਈ ਵੀ ਯੂਨਿਟ, ਜਿਵੇਂ ਚਾਹੇ ਉਹ ਸੈਕਿੰਡ ਹੋਵੇ, ਚਾਹੇ ਮਿੰਟ ਹੋਵੇ, ਚਾਹੇ ਘੰਟਾ ਹੋਵੇ, ਉਹ ਵੀ ਇੱਕ ਫੰਡਾਮੈਂਟਲ ਯੂਨਿਟ ਹੀ ਹੈ। ਇਸੇ ਤਰ੍ਹਾਂ ਡਿਰਾਈਵਡ ਯੂਨਿਟਸ ਕੀ ਹੁੰਦੀਆਂ ਨੇ? ਡਿਰਾਈਵਡ ਯੂਨਿਟਸ ਫੰਡਾਮੈਂਟਲ ਯੂਨਿਟਸ ਨੂੰ ਗੁਣਾ ਜਾਂ ਭਾਗ ਕਰਕੇ ਸਾਨੂੰ ਮਿਲਦੀਆਂ ਨੇ। ਉਦਾਹਰਨ ਦੇ ਤੌਰ ਤੇ ਏਰੀਆ ਨੂੰ ਅਸੀਂ ਲਿਖਦੇ ਹਾਂ ਲੈਂਥ ਇਨਟੂ ਬ੍ਰੈਡਥ। ਤਾਂ ਲੈਂਥ ਦੀ ਯੂਨਿਟ ਵੀ ਮੀਟਰ ਹੈ ਤੇ ਬ੍ਰੈਡਥ ਦੀ ਯੂਨਿਟ ਵੀ ਮੀਟਰ ਹੈ,
ਤੇ ਉੱਥੋਂ ਸਾਨੂੰ ਮੀਟਰ ਗੁਣਾ ਮੀਟਰ ਕਰਕੇ ਸਾਨੂੰ ਏਰੀਆ ਦੀ ਯੂਨਿਟ ਮੀਟਰ ਸਕੁਅਰ ਮਿਲਦੀ ਹੈ। ਇਹ ਇੱਕ ਡਿਰਾਈਵਡ ਯੂਨਿਟ ਹੈ, ਮੀਟਰ ਸਕੁਅਰ ਫੰਡਾਮੈਂਟਲ ਯੂਨਿਟ ਨਹੀਂ ਹੈਗੀ, ਕਿਉਂਕਿ ਇਹ ਕਿਸੇ ਦੂਜੀ ਫੰਡਾਮੈਂਟਲ ਯੂਨਿਟ ਲੈਂਥ ਦੀ ਫੰਡਾਮੈਂਟਲ ਯੂਨਿਟ ਨੂੰ ਗੁਣਾ ਕਰਕੇ ਸਾਨੂੰ ਮਿਲੀ ਹੈ। ਤਾਂ ਇਸੇ ਤਰ੍ਹਾਂ ਵੋਲਿਊਮ ਹੁੰਦੀ ਹੈ ਸਾਡੇ ਕੋਲ ਲੈਂਥ ਬ੍ਰੈਡਥ ਇਨਟੂ ਹਾਈਟ, ਤਾਂ ਇਹਦੀ ਯੂਨਿਟ ਕੀ ਹੋਏਗੀ ਮੀਟਰ ਇਨਟੂ ਮੀਟਰ ਇਨਟੂ ਮੀਟਰ, ਮੀਟਰ ਕਿਊਬ। ਤਾਂ ਮੀਟਰ ਕਿਊਬ ਸਾਡੇ ਕੋਲ ਡਿਰਾਈਵਡ ਯੂਨਿਟ ਹੈ ਵੋਲਿਊਮ ਦੀ। ਸਿਮਿਲਰਲੀ ਸਪੀਡ, ਸਪੀਡ ਗਤੀ ਕਿਹਦੇ ਬਰਾਬਰ ਹੁੰਦੇ ਹੈ ਦੂਰੀ ਵਟਾ ਸਮਾਂ। ਦੂਰੀ ਦੀ ਡਿਸਟੈਂਸ ਦੀ ਯੂਨਿਟ ਹੁੰਦੀ ਹੈ ਮੀਟਰ, ਟਾਈਮ ਦੀ ਯੂਨਿਟ ਹੁੰਦੀ ਹੈ ਸੈਕਿੰਡ, ਮੀਟਰ ਓਵਰ ਸੈਕਿੰਡ, ਯਾਨੀ ਲਿਖਦੇ ਹਾਂ ਮੀਟਰ ਪਰ ਸੈਕਿੰਡ। ਐਵੇਂ ਹੀ ਜਿਹੜੀ ਮੀਟਰ ਪਰ ਸੈਕਿੰਡ ਵੀ ਇੱਕ ਡਿਰਾਈਵਡ ਯੂਨਿਟ ਹੈ। ਇਹ ਫੰਡਾਮੈਂਟਲ ਯੂਨਿਟ ਤੋਂ ਅਸੀਂ ਗੁਣਾ ਜਾਂ ਭਾਗ ਕਰਕੇ ਸਾਨੂੰ ਮਿਲੀ ਹੈ, ਇਹ ਬੇਸਿਕ ਯੂਨਿਟ ਨਹੀਂ ਹੈਗੀ। ਤੇ ਜਿਹੜੀ ਯੂਨਿਟ ਹੈ ਇਹਦੀ ਕੁਝ ਖਾਸੀਅਤਾਂ ਹੋਣੀਆਂ ਚਾਹੀਦੀਆਂ। ਹੁਣ ਮੈਂ ਉਦਾਹਰਨ ਦਿੰਦਾ ਤੁਹਾਨੂੰ, ਜੇ ਹੁਣ ਲੈਂਥ ਦੀ ਯੂਨਿਟ ਅਸੀਂ ਮੀਟਰ ਡਿਫਾਈਨ ਕੀਤੀ ਹੋਈ ਹੈ, ਹੁਣ ਪਹਿਲਾਂ ਅਸੀਂ ਜਦ ਬਚਪਨ 'ਚ ਵੀ ਕੁਛ ਮਿਣਦੇ ਹਾਂ ਤਾਂ ਅਸੀਂ ਕਈ ਵਾਰ ਗਿੱਠਾਂ 'ਚ ਮਿਣਨ ਲੱਗ ਜਾਂਦੇ ਹਾਂ, ਪਰ ਕੀ ਗਿੱਠ ਇੱਕ ਸਟੈਂਡਰਡ ਯੂਨਿਟ ਹੋ ਸਕਦੀ ਹੈ? ਕਿਉਂ ਨਹੀਂ ਹੋ ਸਕਦੀ? ਕਿਉਂ? ਕਿਉਂਕਿ ਜਦੋਂ ਤੁਸੀਂ ਇੱਕ ਤੋਂ ਦੂਜੇ ਬੰਦੇ ਤੱਕ ਜਾਂਦੇ ਹੋ ਤੁਹਾਡੇ ਹੱਥ ਦਾ ਸਾਈਜ਼ ਚੇਂਜ ਹੋ ਜਾਂਦਾ, ਤਾਂ ਗਿੱਠ ਦਾ ਸਾਈਜ਼ ਚੇਂਜ ਹੋ ਜਾਂਦਾ, ਤਾਂ ਹਰੇਕ ਦੀ ਉਹ ਤੁਸੀਂ ਮਾਪੋਗੇ ਉਹ ਅਲੱਗ ਗਿੱਠਾਂ 'ਚ ਆਏਗਾ, ਤਾਂ ਇੱਕ ਸਟੈਂਡਰਡ ਅੱਛੀ ਯੂਨਿਟ ਨਹੀਂ ਹੈ। ਤਾਂ ਇੱਕ ਅੱਛੀ ਯੂਨਿਟ ਦੇ ਕੀ ਖਾਸੀਅਤਾਂ ਹੋਣੀ ਚਾਹੀਦੀਆਂ? ਪਹਿਲੀ ਹੈ ਇਟ ਸ਼ੁੱਡ ਬੀ ਵੈਲ ਡਿਫਾਈਨਡ, ਠੀਕ, ਇਹਦੀ ਜਿਹੜੀ ਡੈਫੀਨੇਸ਼ਨ ਹੈ ਬਹੁਤ ਹੀ ਸਹੀ ਅੱਛੀ ਤਰ੍ਹਾਂ ਹੋਣੀ ਚਾਹੀਦੀ ਹੈ। ਦੂਜੀ ਸਾਡੀ ਯੂਨਿਟ ਸ਼ੁੱਡ ਬੀ ਅ ਸੂਟੇਬਲ ਸਾਈਜ਼, ਜਿਹੜੀ ਅਸੀਂ ਯੂਨਿਟ ਡਿਫਾਈਨ ਕਰਨੀ ਹੈ। ਹੁਣ ਸਪੋਜ਼ ਕਰੋ ਮੈਂ ਇੱਥੋਂ ਤੋਂ ਪਟਿਆਲੇ ਤੋਂ ਲੈ ਕੇ ਲੁਧਿਆਣੇ ਤੱਕ ਦਾ ਡਿਸਟੈਂਸ ਮਾਪਣਾ, ਉਹ ਕਈ ਸਾਨੂੰ ਪਤਾ ਕਿ ਉਹ ਲਗਭਗ 100 ਕਿਲੋਮੀਟਰ ਦੇ ਨੇੜੇ ਹੈ। ਜੇ ਮੈਂ ਹੁਣ ਇਹਨੂੰ ਮਿਲੀਮੀਟਰਾਂ 'ਚ ਮਾਪਣ ਲੱਗ ਜਾ, ਠੀਕ ਹੈ, ਮੈਂ ਯੂਨਿਟ ਡਿਫਾਈਨ ਕੀਤੀ ਹੈ ਮਿਲੀਮੀਟਰ, ਤਾਂ ਮੈਨੂੰ ਬਹੁਤ ਜ਼ਿਆਦਾ ਵੱਡਾ ਨੰਬਰ ਲਾਣਾ ਪਏਗਾ। ਮਿਲੀਮੀਟਰਾਂ 'ਚ ਮੇਰੇ ਕੋਲ 100 ਗੁਣਾ 1000, 1 ਲੱਖ ਮਿਲੀਮੀਟਰ ਮੈਨੂੰ ਮਾਪਣਾ ਪਵੇਗਾ, ਤਾਂ ਜਾ ਕੇ ਮੈਂ ਪਟਿਆਲੇ ਤੋਂ ਲੁਧਿਆਣੇ ਤੱਕ ਦਾ ਡਿਸਟੈਂਸ ਆ ਸਕਦਾ। ਤਾਂ ਜਿਹੜੀ ਸਾਨੂੰ ਯੂਨਿਟ ਇਹੋ ਜਿਹੀ ਚੂਜ਼ ਕਰਨੀ ਚਾਹੀਦੀ ਹੈ ਜਿਹਦਾ ਕਿ ਸਾਈਜ਼ ਸਾਡੇ ਲਈ ਸੂਟੇਬਲ ਹੋਵੇ। ਤੀਜੀ ਚੀਜ਼, ਯੂਨਿਟ ਸ਼ੁੱਡ ਬੀ ਈਜ਼ੀਲੀ ਰੀਪਰੋਡਿਊਸੇਬਲ, ਇਹਨੂੰ ਬੜੀ ਆਸਾਨੀ ਨਾਲ ਦੁਬਾਰਾ ਬਣਾਇਆ ਜਾ ਸਕਦਾ ਹੋਵੇ। ਹੁਣ ਇਹੋ ਜਿਹੇ ਅਸੀਂ ਜੇ ਕਿਲੋ ਦੇ ਵੱਟੇ ਮੰਨ ਲਓ ਬਣਾ ਲਈਏ, ਜੇ ਉਹ ਹੈ ਜੇ ਇਹਨੇ ਐਕਸਕਲੂਸਿਵ ਹੋਣ ਦੂਜੀ ਜਗ੍ਹਾ ਮਿਲਣੇ ਨਾ, ਫਿਰ ਉਹਦਾ ਫਾਇਦਾ ਨਹੀਂ। ਯੂਨਿਟ ਦਾ ਮਤਲਬ ਤਾਂ ਹੁੰਦਾ ਇਹਨੂੰ ਅਸੀਂ ਬਾਰ-ਬਾਰ ਯੂਜ਼ ਕਰ ਸਕੀਏ, ਤਾਂ ਇਹਨੂੰ ਈਜ਼ੀਲੀ ਰੀਪਰੋਡਿਊਸੇਬਲ ਹੋਣਾ ਚਾਹੀਦਾ। ਇਹਦੇ ਨਾਲ ਹੀ ਜੁੜਦਾ ਹੋਇਆ ਪੁਆਇੰਟ ਹੈ ਇਟ ਸ਼ੁੱਡ ਬੀ ਈਜ਼ੀਲੀ ਐਕਸੈਸਿਬਲ, ਸਾਰਿਆਂ ਨੂੰ ਆਰਾਮ ਨਾਲ ਮਿਲਣੀ ਚਾਹੀਦੀ ਹੈ। ਐ ਨਹੀਂ ਕਿ ਸ਼ਹਿਰ ਦੇ ਵੱਡੇ ਅਮੀਰ ਬੰਦੇ ਕੋਲ ਹੀ ਕਿਲੋਗ੍ਰਾਮ ਦੀ ਯੂਨਿਟ ਹੈ ਤੇ ਹੋਰ ਕੋਈਆਂ ਕੋਲ ਮਿਲ ਨਹੀਂ ਰਹੀ ਹੈਗੀ, ਉਹਨਾਂ ਨੂੰ ਅਵੇਲੇਬਲ ਨਹੀਂ ਹੈਗੀ, ਤਾਂ ਉਹਦਾ ਪਰਪਸ ਡਿਫੀਟ ਹੋ ਜਾਏਗਾ। ਠੀਕ ਹੈ, ਯੂਨਿਟ ਦਾ ਮਤਲਬ ਸਾਡਾ ਮਾਪਣਾ ਹੈ, ਤਾਂ ਇਹ ਯੂਨਿਟ ਸਭ ਨੂੰ ਈਜ਼ੀਲੀ ਐਕਸੈਸਿਬਲ ਹੋਣੀ ਚਾਹੀਦੀ ਹੈ। ਹੋਰ ਇੰਪੋਰਟੈਂਟ ਪ੍ਰੋਪਰਟੀ ਕੀ ਹੈ, ਯੂਨਿਟ ਨਾ ਤਾਂ ਟਾਈਮ ਦੇ ਨਾਲ ਚੇਂਜ ਹੋਣੀ ਚਾਹੀਦੀ ਹੈ ਜਾਂ ਨਾ ਪਲੇਸ ਦੇ ਨਾਲ। ਤੁਸੀਂ ਸਪੋਜ਼ ਕਰੋ ਜੇ ਸਰਹੰਦ 'ਚ ਮੀਟਰ ਦੀ ਡੈਫੀਨੇਸ਼ਨ ਹੋਰ ਹੋਵੇ ਅਤੇ ਪਟਿਆਲੇ ਹੋਰ ਹੋਵੇ, ਅਲੱਗ-ਅਲੱਗ ਸ਼ਹਿਰਾਂ ਵਿੱਚ ਮੀਟਰ ਦੀ ਡੈਫੀਨੇਸ਼ਨ ਹੋਰ ਹੋਵੇ, ਤੁਹਾਨੂੰ ਕਿੰਨੀ ਦਿੱਕਤ ਆਵੇਗੀ। ਤਾਂ ਯੂਨਿਟ ਦੀ ਜਿਹੜੀ ਡੈਫੀਨੇਸ਼ਨ ਹੈ ਚੇਂਜ ਨਹੀਂ ਹੋਣੀ ਚਾਹੀਦੀ ਟਾਈਮ ਦੇ ਨਾਲ, ਨਾ ਹੀ ਉਹ ਜਗ੍ਹਾ ਦੇ ਨਾਲ ਚੇਂਜ ਹੋਣੀ ਚਾਹੀਦੀ ਹੈ। ਯੂਨਿਟ ਸ਼ੁੱਡ ਨਾਟ ਬੀ ਪੈਰਿਸ਼ੇਬਲ, ਪੈਰਿਸ਼ੇਬਲ ਦਾ ਮਤਲਬ ਹੁੰਦਾ ਕੋਈ ਚੀਜ਼ ਟਾਈਮ ਦੇ ਨਾਲ ਖ਼ਤਮ ਹੋ ਜਾਏ। ਕੋਈ ਅਸੀਂ ਯੂਨਿਟ ਡਿਫਾਈਨ ਕੀਤੀ ਉਹ ਟਾਈਮ ਦੇ ਨਾਲ ਛੋਟੀ ਹੋ ਕੇ ਖ਼ਤਮ ਹੋ ਜਾਏ, ਐ ਨਹੀਂ ਹੋਣੀ ਚਾਹੀਦੀ ਹੈਗੀ। ਅਗਲੀ ਚੀਜ਼ ਹੈ ਯੂਨਿਟ ਨੂੰ ਫਿਜ਼ੀਕਲ ਕੰਡੀਸ਼ਨਸ ਜਿਵੇਂ ਕਿ ਟੈਂਪਰੇਚਰ, ਪ੍ਰੈਸ਼ਰ ਦੇ ਨਾਲ ਇਹਨਾਂ 'ਤੇ ਅਸਰ ਨਹੀਂ ਹੋਣਾ ਚਾਹੀਦਾ। ਅਤੇ ਸਭ ਤੋਂ ਇੰਪੋਰਟੈਂਟ ਪੁਆਇੰਟ ਕੀ ਹੈ ਕਿ ਜਿਹੜੀ ਯੂਨਿਟ ਹੈ ਸਾਰੇ ਕਿਤੇ ਐਕਸੈਪਟੇਬਲ ਹੋਣੀ ਚਾਹੀਦੀ। ਮੈਂ ਕੋਈ ਯੂਨਿਟ ਆਪਣੇ ਕੋਲ ਬਣਾ ਕੇ ਰੱਖਦਾ ਪਰ ਦੂਜੀ ਜਗ੍ਹਾ ਕਿਸੇ ਨੂੰ ਪਤਾ ਹੀ ਨਾ ਹੋਵੇ, ਯੂਨਿਟ ਇਹੋ ਜਿਹੀ ਚਾਹੀਦੀ ਜਿਹਦੀ ਐਕਸੈਪਟੇਬਿਲਿਟੀ ਸਾਰੀ ਦੁਨੀਆ 'ਚ ਇੱਕੋ ਜਿਹੀ ਹੀ ਹੋਵੇ। ਤਾਂ ਅਸੀਂ ਕੋਈ ਵੀ ਫਿਜ਼ੀਕਲ ਕੁਆਂਟਿਟੀ ਮੈਜ਼ਰ ਕਰਦੇ ਹਾਂ, ਦੋ ਚੀਜ਼ਾਂ ਹੁੰਦੀਆਂ ਨੇ। ਸਪੋਜ਼ ਕਰੋ ਮੈਂ ਪਿਆਜ਼ ਲੈ ਰਿਹਾ, ਠੀਕ ਹੈ, ਤਾਂ ਇਹ 'ਚ ਮੈਂ ਪਹਿਲਾਂ ਯੂਨਿਟ ਸਿਲੈਕਟ ਕਰਦਾ। ਹੁਣ ਮੈਂ ਇੱਥੇ ਸਿਲੈਕਸ਼ਨ ਆਫ ਯੂਨਿਟ ਹੈ ਸਭ ਤੋਂ ਪਹਿਲਾ ਪੁਆਇੰਟ, ਤਾਂ ਪਹਿਲਾਂ ਮੈਂ ਯੂਨਿਟ ਸਿਲੈਕਟ ਕਰੂੰਗਾ ਅਪਰੋਪਰੀਏਟ ਜਿਹੜੀ ਠੀਕ ਠਾਕ ਹੈ। ਮੈਂ ਦੇਖਿਆ ਕਿ ਸਾਈਜ਼ ਕਿਲੋਗ੍ਰਾਮਾਂ 'ਚ ਆਉਂਦਾ ਤਾਂ ਮੈਂ ਕਿਲੋਗ੍ਰਾਮ ਚੂਜ਼ ਕਰਦਾ। ਅਤੇ ਫਿਰ ਬਾਅਦ 'ਚ ਜਦੋਂ ਤੁਸੀਂ ਫਿਜ਼ੀਕਲ ਕੁਆਂਟਿਟੀ ਮੇਨਟੇਨ ਹੁੰਦੀ ਹੈ ਉਹਦਾ ਮੂਰਲੀ ਨੂਮੈਰੀਕਲ ਵੈਲਿਊ, ਉਹਦਾ ਅਮਾਊਂਟ, ਜੇ 5 ਕਿਲੋ ਪਿਆਜ਼ ਤਾਂ 5 ਉਹਦਾ ਨੂਮੈਰੀਕਲ ਵੈਲਿਊ ਹੈ, ਕਿਲੋਗ੍ਰਾਮ ਉਹਦੀ ਯੂਨਿਟ ਹੈ। ਅਤੇ ਇਹ ਜਿਹੜੀ ਫਿਜ਼ੀਕਲ ਕੁਆਂਟਿਟੀ ਕਿਹਦੇ ਬਰਾਬਰ ਆਉਂਦੀ ਹੈ, ਨੂਮੈਰੀਕਲ ਵੈਲਿਊ ਇਨਟੂ ਯੂਨਿਟ, Q = NU।
ਹੁਣ ਜੇ ਸਪੋਜ਼ ਕਰੋ ਮੈਂ ਕੋਈ ਦੂਜੀ ਯੂਨਿਟ ਚੂਜ਼ ਕਰਨੀ ਚਾਹੁੰਦਾ ਹੈ, ਜਿਵੇਂ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਮਾਸ ਦੀ, ਤਾਂ ਸਪੋਜ਼ ਕਰੋ ਮੈਂ ਗ੍ਰਾਮਸ ਯੂਜ਼ ਕਰਦਾ ਹੈ, ਤਾਂ ਮੈਨੂੰ ਪਤਾ 5 ਕਿਲੋਗ੍ਰਾਮ ਮਤਲਬ 5000 ਗ੍ਰਾਮ ਦੇ ਬਰਾਬਰ ਹੁੰਦੇ ਨੇ। ਤਾਂ ਇੱਥੇ ਜਦੋਂ ਮੈਂ ਯੂਨਿਟ ਚੇਂਜ ਕਰੂੰਗਾ ਤਾਂ ਮੇਰਾ ਨੂਮੈਰੀਕਲ ਫੈਕਟਰ ਵੀ ਚੇਂਜ ਹੋ ਜਾਏਗਾ, ਪਰ ਇਹਨਾਂ ਦੀ ਜਿਹੜੀ ਅਸਲ ਫਿਜ਼ੀਕਲ ਕੁਆਂਟੀਟੀਜ਼ ਨਹੀਂ ਬਦਲਦੀ। 5 N1 ਕੀ ਹੈ 5 ਸੀਗਾ, U1 ਸੀਗਾ kg, ਤੇ ਹੁਣ ਸਾਡੇ ਦੂਜੇ ਸਿਸਟਮ ਦੇ ਵਿੱਚ U2 ਕੀ ਹੈ, ਜੇ G ਹੈ ਗ੍ਰਾਮ ਹੈ, ਤਾਂ N2 ਸਾਡੇ ਕੋਲ 5000 ਹੋ ਜਾਏਗਾ। ਪਰ ਜਿਹੜੀ ਇਹਨਾਂ ਦੀ ਗੁਣ ਹੈ N1 U1 5000 ਗ੍ਰਾਮ ਇਜ਼ ਇਕੁਅਲ ਟੂ 5 kg। ਠੀਕ ਹੈ, ਤਾਂ ਫਿਜ਼ੀਕਲ ਕੁਆਂਟੀਟੀ ਚੇਂਜ ਨਹੀਂ ਹੁੰਦੀ, ਉਹ 'ਚ ਦੋ ਚੀਜ਼ਾਂ ਹੁੰਦੀਆਂ ਫਿਜ਼ੀਕਲ ਕੁਆਂਟੀਟੀ 'ਚ, ਨੂਮੈਰੀਕਲ ਵੈਲਿਊ ਐਂਡ ਯੂਨਿਟਸ। ਇਹਨਾਂ ਦੋਨਾਂ ਤੋਂ ਮਿਲ ਕੇ ਹੀ ਫਿਜ਼ੀਕਲ ਕੁਆਂਟੀਟੀ ਬਣਦੀ ਹੈ। ਅਤੇ ਸਾਨੂੰ ਇਸ ਚੀਜ਼ ਤੋਂ ਇਹ ਵੀ ਨੋਟ ਕੀਤਾ, ਜਿਉਂ ਅਸੀਂ ਯੂਨਿਟ ਨੂੰ ਛੋਟਾ ਕਰੀ ਜਾਂਦੇ ਹਾਂ ਸਾਡੀ ਨੂਮੈਰੀਕਲ ਵੈਲਿਊ ਵੱਡੀ ਹੋਈ ਜਾਂਦੀ ਹੈ, ਤਾਂ ਨੂਮੈਰੀਕਲ ਵੈਲਿਊ ਇਨਵਰਸਲੀ ਪ੍ਰਪੋਰਸ਼ਨਲ ਹੈ ਯੂਨਿਟ ਦੇ। ਹੁਣੇ ਅਸੀਂ ਕਿਲੋਗ੍ਰਾਮ ਵੱਡੀ ਯੂਨਿਟ ਤੋਂ ਛੋਟੀ ਗ੍ਰਾਮ ਕੀਤਾ ਸੀ, ਸਾਡੀ ਨੂਮੈਰੀਕਲ ਵੈਲਿਊ 5 ਤੋਂ 5000 ਹੋ ਗਈ ਸੀਗੀ। ਅੱਗੇ ਹੈ ਸਿਸਟਮ ਆਫ ਯੂਨਿਟਸ। ਹੁਣ ਜਿਹੜੇ ਸਾਡੇ 3 ਸਭ ਤੋਂ ਇੰਪੋਰਟੈਂਟ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਹੈਗੀਆਂ ਨੇ, ਲੈਂਥ, ਮਾਸ ਤੇ ਟਾਈਮ। ਲੈਂਥ, ਮਾਸ, ਟਾਈਮ, ਉਹ ਅਸੀਂ ਕੀ ਚੁਣਦੇ ਹਾਂ, ਉਹਦੀ ਵੈਲਿਊ ਕਿਉਂ ਚੁਣਦੇ ਆ, ਉਹਦੇ ਤੇ ਸਾਡੇ ਸਿਸਟਮ ਆਫ ਯੂਨਿਟ ਬੇਸ ਨੇ। ਤਾਂ ਇਹ ਇਸੇ ਆਰਡਰ 'ਚ ਹੁੰਦੇ ਨੇ ਲੈਂਥ, ਮਾਸ, ਟਾਈਮ ਦੇ। ਜੇ ਅਸੀਂ ਲੈਂਥ ਦੀ ਯੂਨਿਟਸ, ਜਿਵੇਂ ਸਾਡੇ ਕੋਲ 4 ਸਿਸਟਮ ਨੇ, CGS, FPS, MKS ਐਂਡ SI ਯੂਨਿਟਸ। ਤਾਂ ਜਿਹੜਾ CGS ਸਿਸਟਮ ਹੈ ਉਹ 'ਚ ਲੈਂਥ ਦੀ ਯੂਨਿਟ ਸੈਂਟੀਮੀਟਰ ਹੁੰਦੀ ਹੈ, ਮਾਸ ਦੀ ਯੂਨਿਟ ਗ੍ਰਾਮ ਤੇ ਟਾਈਮ ਦੀ ਯੂਨਿਟ ਸੈਕਿੰਡ। C ਫॉर ਸੈਂਟੀਮੀਟਰ, G ਫॉर ਗ੍ਰਾਮ। ਪਹਿਲੀ ਯੂਨਿਟ ਲੈਂਥ ਲਈ ਹੋਏਗੀ ਹਮੇਸ਼ਾ, ਦੂਜੀ ਮਾਸ ਲਈ ਹੋਏਗੀ, ਤੀਜੀ ਟਾਈਮ ਲਈ। ਸੈਂਟੀਮੀਟਰ, ਗ੍ਰਾਮ, ਸੈਕਿੰਡ। ਐਵੇਂ ਦੂਜਾ ਸਿਸਟਮ ਹੈ FPS ਸਿਸਟਮ, ਇਹ ਬ੍ਰਿਟੇਨ 'ਚ ਜ਼ਿਆਦਾ ਯੂਜ਼ ਹੁੰਦਾ। ਇੱਥੇ ਲੈਂਥ ਦੀ ਯੂਨਿਟ ਹੈਗੀ ਫੁੱਟ, ਮਾਸ ਦੀ ਯੂਨਿਟ ਹੈਗੀ ਪਾਊਂਡ ਤੇ ਟਾਈਮ ਦੀ ਯੂਨਿਟ ਹੈਗੀ ਸੈਕਿੰਡ। FPS ਸਿਸਟਮ, ਫੁੱਟ, ਪਾਊਂਡ, ਸੈਕਿੰਡ ਸਿਸਟਮ। ਤੀਜਾ ਇੰਪੋਰਟੈਂਟ ਸਿਸਟਮ ਹੈ MKS ਸਿਸਟਮ। ਇੱਥੇ ਲੈਂਥ ਦੀ ਯੂਨਿਟ ਮੀਟਰ, ਮਾਸ ਦੀ ਯੂਨਿਟ ਕਿਲੋਗ੍ਰਾਮ ਤੇ ਟਾਈਮ ਦੀ ਯੂਨਿਟ ਸੈਕਿੰਡ ਹੈ। ਇਸ ਟੇਬਲ 'ਚ ਅਸੀਂ ਸਾਰਾ ਸਮ ਅਪ ਕੀਤਾ ਹੋਇਆ ਤਿੰਨੇ ਸਿਸਟਮਸ ਦਾ। ਸੈਂਟੀਮੀਟਰ ਲੈਂਥ ਦੀ CGS ਸਿਸਟਮ 'ਚ, ਮਾਸ ਦੀ ਗ੍ਰਾਮ, ਟਾਈਮ ਦੀ ਸੈਕਿੰਡ। ਐਵੇਂ MKS ਸਿਸਟਮ 'ਚ ਲੈਂਥ ਦੀ ਮੀਟਰ, ਮਾਸ ਦੀ ਕਿਲੋਗ੍ਰਾਮ ਤੇ ਟਾਈਮ ਦੀ ਸੈਕਿੰਡ। FPS ਸਿਸਟਮ 'ਚ ਲੈਂਥ ਦੀ ਫੁੱਟ, ਮਾਸ ਦੀ ਪਾਊਂਡ ਤੇ ਟਾਈਮ ਦੀ ਸੈਕਿੰਡ। ਅੱਗੇ ਚੌਥਾ ਇੰਪੋਰਟੈਂਟ ਸਿਸਟਮ ਹੈ, ਤੇ ਜਿਹੜਾ ਹੁਣ ਅੰਤਰਰਾਸ਼ਟਰੀ ਰੂਪ 'ਚ ਚੱਲ ਰਿਹਾ, ਉਹਦਾ ਨਾਮ ਹੈਗਾ SI ਸਿਸਟਮ। SI ਕੀ ਤੋਂ ਬਣਿਆ ਹੋਇਆ? ਸਿਸਟਮ ਇੰਟਰਨੈਸ਼ਨਲ ਡੇ ਯੂਨਿਟਸ। ਇਹ ਸਾਡਾ ਨਾਮ ਸੁਣਨ ਨੂੰ ਅਜੀਬ ਲੱਗ ਰਿਹਾ ਕਿਉਂਕਿ ਇਹ ਫ੍ਰੈਂਚ ਭਾਸ਼ਾ ਤੋਂ ਲਿੱਤਾ ਹੋਇਆ। ਇਹਦਾ ਮਤਲਬ ਕੀ ਹੁੰਦਾ ਹੈ? ਇੰਟਰਨੈਸ਼ਨਲ ਸਿਸਟਮ ਆਫ ਯੂਨਿਟਸ। ਇਸ 'ਚ ਹੁਣ ਤੱਕ ਅਸੀਂ 3 ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਦੀ ਯੂਨਿਟ ਪੜ੍ਹੀਆਂ ਸੀ, ਲੈਂਥ, ਮਾਸ ਤੇ ਟਾਈਮ। ਕਿਉਂਕਿ ਸਾਇੰਸ ਤਰੱਕੀ ਕਰਦੀ ਗਈ ਤਾਂ ਸਾਨੂੰ ਹੋਰ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਦੀ ਲੋੜ ਪਈ। ਇਸ 'ਚ 7 ਬੇਸਿਕ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਨੇ ਤੇ 2 ਸਪਲੀਮੈਂਟਰੀ ਫਿਜ਼ੀਕਲ ਕੁਆਂਟੀਟੀਜ਼ ਨੇ, ਤੇ ਟੋਟਲ 9 ਫਿਜ਼ੀਕਲ ਕੁਆਂਟੀਟੀਜ਼ ਆਉਂਦੇ ਨੇ SI ਯੂਨਿਟਸ। ਇਹ ਸਾਨੂੰ ਯਾਦ ਕਰਨ ਦੀ ਲੋੜ ਹੈਗੀ ਹੈ। ਤੇ ਇੱਥੇ ਲੈਂਥ ਦੀ ਯੂਨਿਟ, ਇਹ MKS ਵਾਲਾ ਹੀ ਸਿਸਟਮ ਦਾ, ਲੈਂਥ, ਮਾਸ, ਟਾਈਮ ਲਈ, ਪਰ ਇਸਨੂੰ ਹੋਰ ਵਧਾਇਆ ਗਿਆ, MKS ਤੋਂ ਵਧਾਇਆ ਗਿਆ ਸਿਸਟਮ ਨੂੰ। ਤਾਂ ਲੈਂਥ ਦੀ ਯੂਨਿਟ ਹੈਗੀ ਮੀਟਰ, ਮਾਸ ਦੀ ਯੂਨਿਟ ਹੈਗੀ ਇੱਥੇ ਕਿਲੋਗ੍ਰਾਮ, ਟਾਈਮ ਦੀ ਯੂਨਿਟ ਹੈਗੀ ਸੈਕਿੰਡ। ਤੇ ਹੋਰ ਜਿਹੜੀਆਂ 4 ਸਾਡੇ ਕੋਲ ਫਿਜ਼ੀਕਲ ਕੁਆਂਟੀਟੀਜ਼ ਹੋਰ ਐਡ ਕੀਤੀਆਂ ਗਈਆਂ ਜਿਹੜੀ ਬੇਸਿਕ 'ਚ, ਟੈਂਪਰੇਚਰ ਲਈ ਕੈਲਵਿਨ, ਇਲੈਕਟ੍ਰਿਕ ਕਰੰਟ ਦੀ ਯੂਨਿਟ ਹੈਗੀ ਐਂਪੀਅਰ, ਤੇ ਅੱਗੇ ਹੈਗੀ ਲਿਊਮੀਨਸ ਇੰਟੈਂਸਿਟੀ, ਮਤਲਬ ਲਾਈਟ ਦੀ ਤੀਬਰਤਾ, ਲਾਈਟ ਦੀ ਇੰਟੈਂਸਿਟੀ ਲਈ ਅਸੀਂ ਕੈਂਡੇਲਾ ਯੂਜ਼ ਕਰਦੇ ਹਾਂ, ਤੇ ਅਮਾਊਂਟ ਆਫ ਸਬਸਟੈਂਸ ਲਈ ਅਸੀਂ ਮੋਲ ਯੂਨਿਟ ਯੂਜ਼ ਕਰਦੇ ਹਾਂ। ਸਪਲੀਮੈਂਟਰੀ ਯੂਨਿਟਸ ਹੈਗੀਆਂ, ਇੱਕ ਪਲੇਨ ਐਂਗਲ, ਸਾਨੂੰ ਪਤਾ ਐਂਗਲ ਜਿਹੜਾ ਕੋਣ ਅਸੀਂ ਮਿਲਦੇ ਹਾਂ ਉਹਦੀ ਯੂਨਿਟ ਹੈਗੀ ਹੁੰਦੀ ਰੇਡੀਅਨ SI ਸਿਸਟਮ ਦੇ ਵਿੱਚ। ਤੇ ਇੱਕ 3 ਡਾਇਮੈਂਸ਼ਨਲ ਐਂਗਲ ਵੀ ਆਉਂਦਾ, ਆਪਾਂ ਡਿਊ ਕੋਰਸ ਆਫ ਟਾਈਮ ਦੇ ਵਿੱਚ ਪੜਾਂਗੇ, ਉਹਦੀ ਯੂਨਿਟ ਹੁੰਦੀ ਹੈ ਸਟੀਰੇਡੀਅਨ। ਠੀਕ ਹੈ, ਇਹ ਸਾਰਾ ਸਮ ਅਪ ਕੀਤਾ ਵਾ ਸਾਡੇ ਕੋਲ 7 ਫਿਜ਼ੀਕਲ ਕੁਆਂਟੀਟੀਜ਼ ਨੇ, ਲੈਂਥ, ਮਾਸ, ਟਾਈਮ, ਟੈਂਪਰੇਚਰ, ਇਲੈਕਟ੍ਰਿਕ ਕਰੰਟ, ਲਿਊਮੀਨਸ ਇੰਟੈਂਸਿਟੀ ਐਂਡ ਅਮਾਊਂਟ ਆਫ ਸਬਸਟੈਂਸ। ਤੇ ਉਹਦੀ ਯੂਨਿਟ ਲੈਂਥ ਦੀ ਮੀਟਰ, ਮਾਸ ਦੀ ਕਿਲੋਗ੍ਰਾਮ, ਟਾਈਮ ਦੀ ਸੈਕਿੰਡ, ਟੈਂਪਰੇਚਰ ਦੀ ਕੈਲਵਿਨ,
ਇਲੈਕਟ੍ਰਿਕ ਕਰੰਟ ਦੀ ਐਂਪੀਅਰ, ਲੂਮੀਨਸ ਇੰਟੈਂਸਿਟੀ ਦੀ ਕੈਂਡੇਲਾ, ਤੇ ਅਮਾਊਂਟ ਆਫ ਸਬਸਟੈਂਸ ਦੀ ਮੋਲ। ਤੇ ਇਹ ਸਾਰੇ ਇੱਥੇ ਇਹਨਾਂ ਦੇ ਸਿੰਬਲ ਲਿਖੇ ਹੋਏ ਨੇ ਸਾਈਡ ਤੇ। ਤੇ ਜਿਹੜੀ ਦੋ ਸਪਲੀਮੈਂਟਰੀ ਫਿਜ਼ੀਕਲ ਕੁਆਂਟੀਟੀਜ਼ ਨੇ ਐਸਆਈ ਸਿਸਟਮ ਦੇ, ਪਲੇਨ ਐਂਗਲ ਦੀ ਰੇਡੀਅਨ, ਸੋਲਿਡ ਐਂਗਲ ਦੀ ਸਟੀਰੇਡੀਅਨ ਯੂਨਿਟ ਹੈ। ਅੱਗੇ ਸਾਰੀਆਂ ਕਿਲੋਗ੍ਰਾਮ, ਮੀਟਰ, ਜਿਹੜੀਆਂ ਐਸਆਈ ਸਿਸਟਮ ਦੇ ਵਿੱਚ ਡੈਫੀਨੇਸ਼ਨਸ ਨੇ, ਇਹ ਸਾਰੀਆਂ ਬੜੇ ਹੀ ਸਟੈਂਡਰਡ ਰੂਪ 'ਚ ਬਣੀਆਂ ਹੋਈਆਂ ਨੇ। ਪਰ ਤੁਸੀਂ ਇਸ ਵੈਲਿਊ, ਕਿਉਂਕਿ ਹਜੇ ਤੁਸੀਂ ਫਿਜ਼ਿਕਸ ਪੜ੍ਹਨਾ ਸ਼ੁਰੂ ਕੀਤਾ, ਤੁਸੀਂ ਡੈਫੀਨੇਸ਼ਨਸ ਨੂੰ ਹਜੇ ਐਪਰੀਸ਼ੀਏਟ ਨਹੀਂ ਕਰ ਪਾਓਗੇ। ਜੋ ਅਸੀਂ ਪੜ੍ਹਦੇ ਪੜ੍ਹਦੇ ਹੋਰ ਫਿਜ਼ਿਕਸ ਸਮਝਾਂਗੇ ਤਾਂ ਇਸ ਤੁਹਾਨੂੰ ਡੈਫੀਨੇਸ਼ਨਸ ਸਮਝ ਆ ਜਾਣਗੀਆਂ। ਤੇ ਤੁਹਾਡੀ ਜਾਣਕਾਰੀ ਲਈ ਇਹ ਕੰਪਲੀਟ ਲੈਸਨ ਹੀ ਦਿੱਤੇ ਹੋਏ ਆ, ਤੇ ਹਜੇ ਤੁਹਾਨੂੰ ਇਹਨੂੰ ਪੜ੍ਹਨ ਦੀ ਜਾਂ ਯਾਦ ਕਰਨ ਦੀ ਲੋੜ ਨਹੀਂ ਹੈ। ਇਨ ਡਿਊ ਕੋਰਸ ਆਫ ਟਾਈਮ ਜਦੋਂ ਤੁਸੀਂ ਹੋਰ ਇਹਦੇ ਬਾਰੇ, ਕੌਂਸਟੈਂਟਸ ਬਾਰੇ, ਸਾਰੇ ਬਾਰੇ ਸਮਝ ਜਾਓਗੇ, ਲੈਂਥ, ਵੇਵ ਲੈਂਥ ਕੀ ਹੁੰਦੀ ਹੈ, ਤਾਂ ਤੁਹਾਨੂੰ ਇਹ ਡੈਫੀਨੇਸ਼ਨਸ ਵੀ ਚੰਗੀ ਤਰ੍ਹਾਂ ਸਮਝ ਆ ਜਾਣਗੀਆਂ। ਤੇ ਇਸ ਲਈ ਹੁਣ ਮੈਂ ਐਡਵਾਈਸ ਕਰਦਾ ਕਿ ਹਜੇ ਆਪਾਂ ਸਿਰਫ ਇਹਨਾਂ ਨੂੰ ਨਿਗਾਹ ਮਾਰ ਲੈਂਦੇ, ਪਰ ਇਸ ਡੈਫੀਨੇਸ਼ਨਸ ਨੂੰ ਸਕਿਪ ਕਰਨਾ ਬੈਟਰ ਹੈ। ਹੁਣ ਜਿਹੜਾ ਐਸਆਈ ਸਿਸਟਮ ਹੈ, ਇਹਦੀ ਖਾਸੀਅਤਾਂ ਕੀ ਹੁੰਦੀਆਂ ਨੇ, ਇਹਦੀ ਐਡਵਾਂਟੇਜਸ ਕੀ ਨੇ? ਐਸਆਈ ਸਿਸਟਮ ਇੱਕ ਰੈਸ਼ਨਲ ਸਿਸਟਮ ਹੈ। ਰੈਸ਼ਨਲ ਦਾ ਮਤਲਬ ਹੁੰਦਾ ਤਰਕ ਸੰਗਤ, ਮਤਲਬ ਸੋਚ ਵਿਚਾਰ ਕਰਕੇ ਬਣਾਇਆ ਗਿਆ। ਐਸਆਈ ਸਿਸਟਮ ਤੋਂ ਪਹਿਲਾਂ ਜੋ ਵੀ ਸਾਡੇ ਜਿਹੜੀ ਸਿਸਟਮ ਹੁੰਦੇ ਸੀ, ਉਹ 'ਚ ਐਨਰਜੀ ਦੇ ਅਲੱਗ-ਅਲੱਗ ਯੂਨਿਟਸ ਹੁੰਦੇ ਆ। ਉੱਥੇ ਜੂਲ ਵੀ ਯੂਨਿਟਸ ਹੁੰਦੀ ਸੀ ਐਨਰਜੀ ਦੀ, ਕੈਲੋਰੀ ਵੀ ਯੂਨਿਟ ਹੁੰਦੀ ਸੀ। ਪਰ ਐਸਆਈ ਸਿਸਟਮ 'ਚ ਹੁਣ ਤਰਕ ਸੰਗਤ ਕਰਕੇ ਸੋਚ ਕੇ ਬਣਾਇਆ ਗਿਆ, ਅਤੇ ਹਰ ਟਾਈਪ ਦੀ ਐਨਰਜੀ ਦੀ ਸਾਡੇ ਕੋਲ ਯੂਨਿਟ ਜੂਲ ਹੀ ਹੈ। ਠੀਕ ਹੈ। ਅਤੇ ਜਿਵੇਂ ਪਹਿਲਾਂ ਸਿਸਟਮ 'ਚ ਅਸੀਂ ਹੀਟ ਐਨਰਜੀ ਲਈ ਕੈਲੋਰੀ ਯੂਨਿਟ ਯੂਜ਼ ਕਰਦੇ ਸੀ, ਮਕੈਨੀਕਲ ਐਨਰਜੀ ਲਈ ਜੂਲ ਯੂਜ਼ ਕਰਦੇ ਤੇ। ਪਰ ਐਸਆਈ ਸਿਸਟਮ ਨੇ ਕੀ ਕਿਹਾ ਕਿ ਹਰ ਇੱਕ ਐਨਰਜੀ ਇੱਕੋ ਟਾਈਪ ਦੀ ਹੀ ਹੈ, ਤਾਂ ਉਹਦੀ ਯੂਨਿਟ ਜੂਲ ਹੀ ਹੋਣੀ ਚਾਹੀਦੀ ਹੈ। ਦੂਜਾ ਹੈ, ਐਸਆਈ ਸਿਸਟਮ ਕੋਹਰੈਂਟ ਹੈ। ਕੋਹਰੈਂਟ ਦਾ ਮਤਲਬ ਕੀ ਹੁੰਦਾ ਹੈ? ਜੇ ਸਪੋਜ਼ ਕਰੋ ਮੇਰੇ ਕੋਲ ਨਵੀਂ ਫਿਜ਼ੀਕਲ ਕੁਆਂਟਿਟੀ ਆਈ ਹੈ, ਉਹ ਫੰਡਾਮੈਂਟਲ ਫਿਜ਼ੀਕਲ ਕੁਆਂਟਿਟੀ ਨਾਲ 7 ਕਿਸੇ 'ਤੇ ਵੀ ਡਿਪੈਂਡ ਕਰ ਰਹੀ ਹੈ, ਤਾਂ ਉਹਦਾ ਮੈਨੂੰ ਫਾਰਮੂਲਾ, ਕਿਉਂਕਿ ਉਹ ਨਵੀਂ ਪਰ ਫਿਜ਼ੀਕਲ ਕੁਆਂਟਿਟੀ ਡਿਰਾਈਵਡ ਹੋਏਗੀ, ਫੰਡਾਮੈਂਟਲ ਸਾਡੇ ਕੋਲ 7 ਹੀ ਨੇ, ਤਾਂ ਇਹਨਾਂ ਦੇ ਗੁਣਾ ਭਾਗ ਦੇ ਬਰਾਬਰ ਹੋਏਗੀ ਸਭ। ਜਿਵੇਂ ਮੰਨ ਲਓ ਲੈਂਥ ਹੈ, ਲੈਂਥ ਕੀ ਹੈ? ਏਰੀਆ ਕੀ ਹੈ? ਲੈਂਥ ਇਨਟੂ ਬ੍ਰੈਡਥ। ਤਾਂ ਜੇ ਅਸੀਂ ਏਰੀਆ ਦੀ ਐਸਆਈ ਯੂਨਿਟ ਬਣਾਉਣੀ ਹੈ, ਤਾਂ ਸਾਨੂੰ ਜਿਹੜੇ ਫਾਰਮੂਲੇ 'ਚ ਏਰੀਆ ਦਾ ਫਾਰਮੂਲਾ ਕੀ ਹੈ? ਲੈਂਥ ਇਨਟੂ ਬ੍ਰੈਡਥ। ਉਹ 'ਚ ਦੋਨਾਂ ਦੀ ਐਸਆਈ ਯੂਨਿਟ ਸਬਸਟੀਟਿਊਟ ਕਰ ਦਾਂਗੇ, ਮੀਟਰ ਇਨਟੂ ਮੀਟਰ। ਏਰੀਆ ਦੀ ਜਿਹੜੀ ਐਸਆਈ ਯੂਨਿਟ ਸਾਨੂੰ ਇਹਦੀਆਂ ਐਸਆਈ ਯੂਨਿਟਸ ਇਹਦੇ ਫਾਰਮੂਲੇ ਸਬਸਟੀਟਿਊਟ ਕਰਕੇ ਮਿਲ ਜਾਣਗੀਆਂ। ਠੀਕ ਹੈ। ਕੋਈ ਸਾਨੂੰ ਨੂਮੈਰੀਕਲ ਫੈਕਟਰ ਨਹੀਂ ਇਨਵੋਲਵ ਕਰਨਾ ਪੈਣਾ, ਤਾਂ ਇਹਦਾ ਮਤਲਬ ਹੁੰਦਾ ਕਿ ਇਹ ਕੋਹਰੈਂਟ ਸਿਸਟਮ ਹੈ। ਤੀਜੀ ਐਡਵਾਂਟੇਜ ਕੀ ਹੈ ਐਸਆਈ ਸਿਸਟਮ ਦੀ? ਇਹ ਸੀਜੀਐਸ ਸਿਸਟਮ ਦੇ ਨਾਲ ਬਹੁਤ ਕਲੋਜ਼ਲੀ ਰਿਲੇਟਡ ਹੈ। ਹੁਣ ਐਸਆਈ ਸਿਸਟਮ ਦੇ ਵਿੱਚ ਜਿਵੇਂ ਲੈਂਥ ਦੀ ਯੂਨਿਟ ਮੀਟਰ ਹੁੰਦੀ ਹੈ, ਇੱਥੇ ਸੈਂਟੀਮੀਟਰ, ਸੀਜੀਐਸ 'ਤੇ ਸੈਂਟੀਮੀਟਰ ਹੁੰਦੇ। ਸਾਨੂੰ ਪਤਾ 1 ਮੀਟਰ 100 ਸੈਂਟੀਮੀਟਰ ਦੇ ਬਰਾਬਰ ਹੈ। ਐਵੇਂ ਹੀ ਐਸਆਈ ਸਿਸਟਮ ਦੇ ਵਿੱਚ ਮਾਸ ਦੀ ਯੂਨਿਟ ਕਿਲੋਗ੍ਰਾਮ ਹੁੰਦੀ ਹੈ, ਸੀਜੀਐਸ ਗ੍ਰਾਮ ਹੁੰਦੇ। ਸਾਨੂੰ ਪਤਾ ਹੀ 1000 ਗ੍ਰਾਮ ਦਾ ਮਿਲ ਕੇ 1 ਕਿਲੋਗ੍ਰਾਮ ਬਣਦਾ ਹੈ। ਤਾਂ ਇਹ ਇੱਕ ਦੂਜੇ ਨਾਲ ਸੀਜੀਐਸ ਸਿਸਟਮ ਦੇ ਨਾਲ ਰਿਲੇਟਡ ਹੈ, ਕਿਉਂਕਿ ਸੀਜੀਐਸ ਸਿਸਟਮ ਹੁਣ ਤੱਕ ਬਹੁਤ ਜ਼ਿਆਦਾ ਯੂਜ਼ ਹੁੰਦਾ ਆਇਆ ਸੀ, ਅਤੇ ਸਾਨੂੰ ਐਸਆਈ ਦੀ ਐਡਵਾਂਟੇਜ ਹੈ, ਅਸੀਂ ਐਸਆਈ ਟੂ ਸੀਜੀਐਸ ਜਾਣਾ ਤਾਂ ਬੜੇ ਆਰਾਮ ਨਾਲ ਜਾ ਸਕਦੇ ਹਾਂ। ਤੀਜੀ ਐਡਵਾਂਟੇਜ ਹੈ, ਚੌਥੀ ਐਡਵਾਂਟੇਜ ਹੈ ਐਸਆਈ ਦੀ, ਕਿ ਇਹ ਇੱਕ ਮੈਟ੍ਰਿਕ ਸਿਸਟਮ ਆਫ ਯੂਨਿਟ ਹੈ। ਮੈਟ੍ਰਿਕ ਦਾ ਮਤਲਬ ਕੀ ਹੈ? ਜਿਹਦੀਆਂ ਛੋਟੀਆਂ ਤੇ ਜਾਂ ਵੱਡੀਆਂ ਯੂਨਿਟ ਜਾਣਾ, ਉਹ 10 ਦੇ ਫੈਕਟਰ ਨਾਲ ਹੀ ਰਿਲੇਟਡ ਹੈ। ਮੈਂ ਤੁਹਾਨੂੰ ਉਦਾਹਰਨ ਦਿੰਦਾ, ਜਿਵੇਂ ਮਿਲੀਗ੍ਰਾਮ ਹੈ। ਮਿਲੀਗ੍ਰਾਮ ਕੀ ਹੁੰਦਾ? 10 ਦੀ ਪਾਵਰ -3 ਗ੍ਰਾਮ ਹੈ, 1/1000 ਗ੍ਰਾਮ। ਐਵੇਂ ਜੇ ਕਿਲੋਗ੍ਰਾਮ ਹੈ ਤਾਂ 10 ਦੀ ਪਾਵਰ 3 ਗ੍ਰਾਮ। ਜੇ ਛੋਟੀ ਜਾਂ ਵੱਡੀ ਯੂਨਿਟ ਜਾਣਾ ਤਾਂ 10 ਨਾਲ ਗੁਣਾ ਜਾਂ ਡਿਵਾਈਡ ਕਰਨਾ ਪੈਣਾ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜੇ ਮੈਂ ਲਿਖਿਆ ਹੋਵੇ ਕਿ 512 ਇੰਚ ਹੈ, ਇਹਨੂੰ ਫੁੱਟ 'ਚ ਕਨਵਰਟ ਕਰਨਾ ਤਾਂ 12 ਇੰਚ ਦਾ 1 ਫੁੱਟ ਹੁੰਦਾ, ਤਾਂ ਮੈਨੂੰ ਕੈਲਕੂਲੇਸ਼ਨ ਕਰਨੀ ਪਵੇਗੀ। ਜੇ ਉੱਥੇ ਮੈਂ ਲਿਖਾਂ ਕਿ 570 ਸੈਂਟੀਮੀਟਰ ਹੈ, ਮੀਟਰ 'ਚ ਕਨਵਰਟ ਕਰਨਾ, ਤਾਂ ਮੈਂ ਸਿੰਪਲੀ ਮੂੰਹ ਜਵਾਨੀ ਬੋਲ ਸਕਦਾ 5.70। ਤਾਂ ਇਹ ਐਡਵਾਂਟੇਜ ਹੁੰਦੀ ਹੈ ਐਸਆਈ ਸਿਸਟਮ ਹੋਣ ਦੀ। ਹੁਣ ਇਸ ਐਸਆਈ ਸਿਸਟਮ 'ਚ ਕਿਉਂਕਿ ਸਾਰੇ ਜਿਹੜੇ ਛੋਟੀਆਂ ਅਤੇ ਵੱਡੀਆਂ ਯੂਨਿਟਸ ਇੱਕ ਦੂਜੇ ਨਾਲ ਰਿਲੇਟਡ ਹੈ। ਮੰਨ ਲਓ 10 ਮੀਟਰ ਹੈ, ਮੇਰੇ ਕੋਲ 10 ਮੀਟਰ ਹੈ, ਤਾਂ ਉਹਦਾ ਮਲਟੀਪਲ ਫੈਕਟਰ 10 ਆ ਰਿਹਾ, ਤਾਂ ਉਹਨੂੰ ਮੈਂ ਡੈਕਾ ਮੀਟਰ ਵੀ ਬੋਲ ਸਕਦਾ।
ठीक है। जे मेरे को 100 ਦੇ ਫੈਕਟਰ ਨਾਲ ਕੋਈ ਚੀਜ਼ ਗੁਣਾ ਹੋਈ ਵੀ ਹੈ ਨਾ, ਮਲਟੀਪਲਸ ਬੋਲਦੇ ਆ, ਤਾਂ ਮੈਂ ਉਹਨੂੰ ਹੈਕਟੋਮੀਟਰ ਵੀ ਬੋਲ ਸਕਦਾ। ਜਦੋਂ ਮੇਰੇ ਕੋ 1000 ਦੇ ਫੈਕਟਰ ਮਤਲਬ 1000 ਮੀਟਰ ਹੈ ਤਾਂ ਉਹਨੂੰ ਮੈਂ ਕਿਲੋਮੀਟਰ ਬੋਲਦਾ। ਠੀਕ ਹੈ। ਐਵੇਂ 10 ਦੇ ਪਾਵਰ 6 ਦੇ ਫੈਕਟਰ ਨੂੰ ਅਸੀਂ ਮੈਗਾ ਬੋਲਦੇ ਆ। ਇਹਦੇ ਪਿੱਛੇ ਕੋਈ ਵੀ ਯੂਨਿਟ ਲਗਾ ਸਕਦੇ ਆ ਤੁਸੀਂ। ਮੋਬਾਈਲ ਟੈਲੀਫੋਨ ਵਿੱਚ MB GB ਡਾਟਾ ਸੁਣਿਆ ਹੋਣਾ, ਤੇ MB ਮੈਗਾਬਾਈਟ ਹੁੰਦਾ। 10 ਦੀ ਪਾਵਰ 6 ਬਾਈਟਸ ਆਫ ਡਾਟਾ ਦਾ ਮੈਗਾਬਾਈਟ ਬਣਦਾ। ਐਵੇਂ 10 ਦੀ ਪਾਵਰ 9 ਨਾਲ ਗੀਗਾ, ਤੇ 10 ਦੀ ਪਾਵਰ 12 ਨਾਲ ਟੈਰਾ, ਤੇ 10 ਦੀ ਪਾਵਰ 15 ਨਾਲ ਪੈਟਾ, ਤੇ 10 ਦੀ ਪਾਵਰ 18 ਨਾਲ ਐਕਸਾ। ਇਹ ਬਹੁਤ ਲੰਬੀਆਂ ਤੇ ਵੱਡੀਆਂ ਯੂਨਿਟਸ ਨੇ। ਠੀਕ ਹੈ। ਐਵੇਂ ਜਿਵੇਂ ਮਲਟੀਪਲਸ ਹੁੰਦੇ ਨੇ, ਐਵੇਂ ਸਬ ਮਲਟੀਪਲਸ ਹੁੰਦੇ ਨੇ। ਸਬ ਮਲਟੀਪਲ ਦਾ ਮਤਲਬ ਕੀ ਹੈ? ਛੋਟੀਆਂ ਯੂਨਿਟਸ। ਜਦੋਂ ਅਸੀਂ ਡਿਵਾਈਡ ਕਰਦੇ ਹਾਂ, ਜਦੋਂ ਅਸੀਂ ਕਿਸੇ ਚੀਜ਼ ਨੂੰ 10 ਨਾਲ ਡਿਵਾਈਡ ਕਰਦੇ ਹਾਂ, ਉਹ ਅਸੀਂ ਬਣਦੇ ਆ ਡੈਸੀ। ਜਦੋਂ ਅਸੀਂ 100 ਨਾਲ ਡਿਵਾਈਡ ਕਰਦੇ ਹਾਂ, 100 ਕੀ ਹੁੰਦਾ? 1/100 10 ਦੀ ਪਾਵਰ -2 ਬਣਦਾ, ਤਾਂ ਸੈਂਟੀ ਬਣਦਾ। 10 ਦੀ ਪਾਵਰ -3 ਐਵੇਂ ਮਿਲੀ ਬਣਦਾ। 10 ਦੀ ਪਾਵਰ -6 ਮਾਈਕਰੋ, 10 ਦੀ ਪਾਵਰ -9 ਨੈਨੋ, 10 ਦੀ ਪਾਵਰ -12 ਪੀਕੋ, 10 ਦੀ ਪਾਵਰ -15 ਫੈਮਟੋ, 10 ਦੀ ਪਾਵਰ -18 ਐਟੋ। ਹੁਣ ਇਹ ਮਲਟੀਪਲ ਸਬ ਮਲਟੀਪਲ ਦੇ ਨਾਲ ਹੋਰ ਬਹੁਤ ਇੰਪੋਰਟੈਂਟ ਕੁਝ ਯੂਨਿਟਸ ਨੇ, ਜਿਵੇਂ ਕਿ ਮਾਈਕਰੋਨ। ਇੱਕ ਮਾਈਕਰੋਨ ਕਿਹਦੇ ਬਰਾਬਰ ਹੁੰਦਾ ਹੈ? ਮਾਈਕਰੋਮੀਟਰ ਦੇ। ਹੁਣ ਮਾਈਕਰੋ ਦਾ ਮਤਲਬ ਕਿਸੇ 10 ਦੀ ਪਾਵਰ -6 ਦੇ ਅਸੀਂ ਆਪਾਂ ਟੇਬਲ ਪਿੱਛੇ ਜਾ ਕੇ ਦੇਖੀਏ ਤਾਂ ਮਾਈਕਰੋ ਸੀਗਾ ਸਾਡਾ 10 ਦੀ ਪਾਵਰ -6, ਤੇ ਐਵੇਂ ਮਾਈਕਰੋਮੀਟਰ 10 ਦੀ ਪਾਵਰ -6। ਐਂਗਸਟ੍ਰੋਮ, ਐਂਗਸਟ੍ਰੋਮ ਉਹ ਸਟੇਬਲ 'ਚ ਨਹੀਂ ਆਉਂਦਾ, ਪਰ ਇੱਕ ਬਹੁਤ ਇੰਪੋਰਟੈਂਟ ਯੂਨਿਟ ਹੈ। 10 ਦੀ ਪਾਵਰ -10 ਮੀਟਰ ਨੂੰ ਅਸੀਂ ਐਂਗਸਟ੍ਰੋਮ ਬੋਲਦੇ ਹਾਂ। ਇਹ ਜਿਹੜੇ ਸਾਰੀਆਂ ਚੀਜ਼ਾਂ ਪਦਾਰਥ ਐਟਮਾਂ ਤੋਂ ਮਿਲ ਕੇ ਬਣੇ ਹੋਏ ਨੇ, ਤਾਂ ਐਟੋਮਿਕ ਸਕੇਲ ਦੀ ਯੂਨਿਟ ਹੈ। ਉਸ ਸਕੇਲ ਦੇ ਡਿਸਟੈਂਸ ਮਾਪਣ ਲਈ ਅਸੀਂ ਐਂਗਸਟ੍ਰੋਮ 'ਚ ਮਾਪਦੇ ਹਾਂ। ਅੱਗੇ ਯੂਨਿਟ ਹੈ ਫਰਮੀ। ਇੱਕ ਫਰਮੀ ਇੱਕ ਫੈਮਟੋਮੀਟਰ ਦੇ ਬਰਾਬਰ ਹੁੰਦਾ। ਫੈਮਟੋ ਦਾ ਮਤਲਬ, ਜੇ ਹੁਣ ਤੁਸੀਂ ਦੁਬਾਰਾ ਦੇਖੋ ਸਬ ਮਲਟੀਪਲ 'ਚ ਫੈਮਟੋ, ਇੱਥੇ ਆਹ ਫੈਮਟੋ ਪਿਆ, ਤਾਂ ਫੈਮਟੋ ਦੀ ਹੁੰਦੀ ਹੈ 10 ਦੀ ਪਾਵਰ -15। ਠੀਕ ਹੈ। ਤਾਂ ਫਰਮੀ ਸਾਡੇ ਕੋਲ ਕੀ ਆ ਜਾਂਦਾ ਹੈ? 10 ਦੀ ਪਾਵਰ -15 ਮੀਟਰ। ਐਵੇਂ ਐਸਟਰੋਨੋਮੀਕਲ ਯੂਨਿਟ, ਇਹ ਹੁਣ ਸਾਰੀਆਂ ਅਸੀਂ ਛੋਟੇ ਡਿਸਟੈਂਸ ਦੀ ਯੂਨਿਟ ਕੀਤੀਆਂ ਸੀਗੀਆਂ। ਜੇ ਹੁਣ ਅਸੀਂ ਖਗੋਲੀ ਡਿਸਟੈਂਸ ਮਾਪਣੇ, ਗ੍ਰਹਿਾਂ ਨਛੱਤਰਾਂ ਦੇ ਆਪਸ ਤਾਰਿਆਂ ਦੇ ਡਿਸਟੈਂਸ ਮਾਪਣੇ, ਤਾਂ ਉਹਦੇ ਲਈ ਯੂਨਿਟਸ ਆਉਂਦੇ ਨੇ। ਇੱਕ ਐਸਟਰੋਨੋਮੀਕਲ ਯੂਨਿਟ ਲਗਭਗ 1.5 10 ਦੀ ਪਾਵਰ 11 ਮੀਟਰ ਦੇ ਬਰਾਬਰ ਹੁੰਦੀ ਹੈ। ਐਵੇਂ ਲਾਈਟ ਈਅਰ, ਇੱਕ ਸਾਲ ਦੇ ਵਿੱਚ ਲਾਈਟ ਕਿੰਨਾ ਡਿਸਟੈਂਸ ਟਰੈਵਲ ਕਰਦੀ ਹੈ, ਉਹਨੂੰ ਅਸੀਂ ਇਸ ਡਿਸਟੈਂਸ ਨੂੰ ਲਾਈਟ ਈਅਰ ਬੋਲਦੇ ਹਾਂ। ਉਹ 9.46 × 10⁻15 ਦੇ ਬਰਾਬਰ ਹੁੰਦੀ ਹੈ। ਐਵੇਂ ਪਾਰਸੈਕ ਨੂੰ ਅਸੀਂ ਪੈਰਾਲੈਟਿਕ ਸੈਕਿੰਡ ਬੋਲਦੇ ਹਾਂ। ਇਹ 3.08 10⁻16 ਦੇ ਬਰਾਬਰ ਹੁੰਦੀ ਹੈ। ਅਤੇ ਹੋਰ ਕੁਝ ਇੰਪੋਰਟੈਂਟ ਸਾਡੇ ਕਨਵਰਜ਼ਨ ਨੇ, ਅਸੀਂ ਡੇਲੀ ਡੇ ਟੂ ਡੇ ਲਾਈਫ 'ਚ ਅਸੀਂ ਯੂਜ਼ ਕਰਦੇ ਹਾਂ। ਜਿਵੇਂ ਕਿਲੋਗ੍ਰਾਮ 1000 ਗ੍ਰਾਮ ਦੇ ਬਰਾਬਰ ਹੁੰਦਾ, 1 ਮੀਟਰ 100 ਸੈਂਟੀਮੀਟਰ ਦੇ ਬਰਾਬਰ ਹੁੰਦਾ, 1 ਸੈਂਟੀਮੀਟਰ 10 ਮਿਲੀਮੀਟਰ ਦੇ ਬਰਾਬਰ ਹੁੰਦਾ, 1 ਮੀਟਰ 1000 ਮਿਲੀਮੀਟਰ ਦੇ ਬਰਾਬਰ ਹੁੰਦਾ, 1 ਇੰਚ 2.54 ਸੈਂਟੀਮੀਟਰ ਦੇ ਬਰਾਬਰ ਹੁੰਦਾ। ਐਵੇਂ ਹੀ 1 ਫੁੱਟ 12 ਇੰਚ ਦੇ ਬਰਾਬਰ ਹੁੰਦਾ, ਜਿਹਨੂੰ ਅਸੀਂ 12 × 2.54 ਕਰੀਏ ਤਾਂ 30.48 ਸੈਂਟੀਮੀਟਰ ਦੇ ਬਰਾਬਰ ਹੁੰਦਾ ਹੈ 1 ਫੁੱਟ। ਐਵੇਂ 1 ਪਾਊਂਡ 453 ਗ੍ਰਾਮ ਦੇ ਬਰਾਬਰ ਹੁੰਦਾ ਹੈ। ਇੱਕ ਦਿਨ 'ਚ 24 ਘੰਟੇ ਹੁੰਦੇ ਨੇ, 1 ਘੰਟੇ 60 ਮਿੰਟ ਹੁੰਦੇ ਨੇ, ਅਤੇ 1 ਮਿੰਟ ਦੇ ਵਿੱਚ 60 ਸਕਿੰਟ ਹੁੰਦੇ ਨੇ। ਇਹ ਸਾਰੇ ਗੁਣਾ ਕਰ ਲਈਏ ਤਾਂ ਸਾਡੇ ਕੋਲ ਇੱਕ ਦਿਨ ਦੇ ਵਿੱਚ 86400 ਸੈਕਿੰਡ ਆਉਂਦੇ ਨੇ। ਐਵੇਂ ਹੀ ਜੇ 86400 ਨੂੰ ਅਸੀਂ 365 ਨਾਲ ਗੁਣਾ ਕਰਦੇ ਤਾਂ ਇੱਕ ਸਾਲ ਦੇ ਵਿੱਚ ਸਾਡੇ ਕੋਲ 315,36,000 ਸੈਕਿੰਡ ਆਉਂਦੇ ਨੇ। ਐਵੇਂ ਹੀ 1 ਕੁਇੰਟਲ ਦੇ ਵਿੱਚ ਸਾਡੇ ਕੋਲ 1000 kg ਹੁੰਦੇ ਨੇ, ਅਤੇ 1 ਟਨ ਦੇ ਵਿੱਚ 10 ਕੁਇੰਟਲ ਜਾਂ 1000 kg। 1 ਕੁਇੰਟਲ ਦੇ ਵਿੱਚ ਸਾਡੇ ਕੋਲ 100 kg ਹੁੰਦੇ ਨੇ। ਠੀਕ ਹੈ। ਇਹਦੇ ਨਾਲ ਹੀ ਅੱਜ ਸਾਡੀ ਜਿਹੜੀ ਪਹਿਲਾ ਪਾਰਟ ਹੈ, ਪਹਿਲੇ ਚੈਪਟਰ ਦਾ ਪਹਿਲਾ ਪਾਰਟ ਖਤਮ ਹੁੰਦਾ, ਅਤੇ ਅਸੀਂ ਅਗਲੇ ਜਿਹੜੇ ਪੋਰਸ਼ਨ ਦੇ ਵਿੱਚ ਅਸੀਂ ਡਾਇਮੈਂਸ਼ਨਸ ਬਾਰੇ ਪੜ੍ਹਾਂਗੇ, ਜਿਹੜਾ ਕਿ ਯੂਨਿਟਸ ਦੇ ਨਾਲ ਹੀ ਰਿਲੇਟਡ ਕੰਸੈਪਟ ਹੈ।